Hello students, today we are going to read chapter 6 on saying please, that is written by A.G. Gardiner. It's a very interesting chapter. This is an essay. This essay tells us about the value of good manners. Bad manners are antisocial, but they are not a crime in the eyes of the law, and therefore the law does not permit us to hit back if we have been the victims of bad manners. So in the beginning, the writer has made it clear, okay, we know that good manners should be followed, bad manners are antisocial, but bad manners or showing the bad attitude or showing the bad manner is not a crime in the eyes of the law. So law does not permit us to hit back a person who is behaving rudely towards us, right? People begin to avoid a man with bad manners. Only one punishment is there. The person who is showing the bad manners, other people begin to avoid that person. A person with good manners brings us happiness, while the person who has good manners or who observes the good manners in life, he brings happiness around. His company is indeed very pleasant, and everybody likes the company of a person who is well mannered. This essay deals with little but socially important incidents from daily life. ਹੁਣ ਇਸ ਐਸੇ ਦੇ ਵਿੱਚ ਬੇਟੇ ਛੋਟੇ ਛੋਟੇ ਇਨਸੀਡੈਂਟਸ ਦੇ ਬਾਰੇ ਚ ਗੱਲ ਕੀਤੀ ਗਈ ਹੈ ਕਿ ਇਟ ਸ਼ੋਜ਼ ਅਸ ਦ ਇੰਪੋਰਟੈਂਸ ਆਫ ਵਰਡਸ ਲਾਈਕ ਪਲੀਜ਼ ਐਂਡ ਥੈਂਕ ਯੂ ਇਨ ਆਵਰ ਐਵਰੀਡੇ ਲਾਈਫ। ਐਵਰੀਡੇ ਲਾਈਫ ਦੇ ਵਿੱਚ ਪਲੀਜ਼ ਤੇ ਥੈਂਕ ਯੂ ਵਰਗੇ ਵਰਡਸ ਦੀ ਕੀ ਇੰਪੋਰਟੈਂਸ ਹੈਗੀ। ਦ ਚੈਪਟਰ ਇਜ਼ ਬੇਸਡ ਔਨ ਦੈਟ ਥਿੰਗ। ਦੇ ਸੈਟਲ ਬਿਟਰ quarrels and soften bad tempers। ਜੋ ਇਹ ਵਰਡਸ ਨੇ ਪਲੀਜ਼ ਤੇ ਥੈਂਕ ਯੂ ਵਰਗੇ ਵਰਡਸ ਨੇਗੇ, ਇਹ ਭੈੜੇ ਤੋਂ ਭੈੜੇ ਝਗੜੇ ਨੂੰ ਵੀ ਖਤਮ ਕਰ ਸਕਦੇ ਨੇਗੇ ਤੇ ਬੈਡ ਟੈਂਪਰਸ ਨੂੰ, ਬੈਡ ਟੈਂਪਰਸ ਬੇਟੇ ਗੁੱਸੇਖੋਰ ਨੇਚਰ ਜੇ ਕਿਸੇ ਦੀ ਹੋਵੇ ਤਾਂ ਉਹਨੂੰ ਵੀ ਸੌਫਟ ਕਰ ਸਕਦੇ। Let us read the chapter. The young lift man in a city office who threw a passenger out of his lift the other morning and was fined for the offence was undoubtedly in the wrong। ਹੁਣ ਹੋਇਆ ਕਿ ਬੇਟੇ ਇੱਕ ਇਨਸੀਡੈਂਟ ਦੇ ਨਾਲ ਰਾਈਟਰ ਨੇ ਸ਼ੁਰੂ ਕੀਤਾ ਹੈ। ਇੱਕ ਯੰਗ ਲਿਫਟਮੈਨ ਨੇ ਜੋ ਇੱਕ ਸਿਟੀ ਆਫਿਸ ਦੇ ਵਿੱਚ ਲਿਫਟ ਦੇ ਵਿੱਚ ਕੰਮ ਕਰਦਾ ਹੈਗਾ, ਠੀਕ ਹੈ। ਉਹਨੇ ਇੱਕ ਪੈਸੇਂਜਰ ਨੂੰ ਲਿਫਟ ਦੇ ਵਿੱਚੋਂ ਬਾਹਰ ਸੁੱਟ ਦਿੱਤਾ। ਧੱਕਾ ਦੇ ਕੇ ਉਹਨੇ ਪੈਸੇਂਜਰ ਨੂੰ ਲਿਫਟ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ ਇਸ ਲਿਫਟਮੈਨ ਨੂੰ ਆਪਣੇ ਇਸ ਵਿਵਹਾਰ ਦੇ ਲਈ, ਆਪਣੇ ਇਸ ਮੈਨਰ ਦੇ ਲਈ ਫਾਈਨ ਹੋ ਗਿਆ, ਠੀਕ ਹੈ। ਫਾਈਨ ਫॉर द ਅਫੈਂਸ, ਇਸ ਕੰਮ ਦੇ ਲਈ ਉਹਨੂੰ ਸਜ਼ਾ ਮਿਲੀ ਤੇ ਅਨਡਾਊਟਲੀ ਉਹਨੇ ਗਲਤ ਕੀਤਾ ਸੀਗਾ। ਇਟ ਵਾਜ਼ ਅ ਕੁਐਸਚਨ ਆਫ ਪਲੀਜ਼। ਰੌਲਾ ਕੀ ਸੀਗਾ? ਰੌਲਾ ਸੀ ਸਿਰਫ ਪਲੀਜ਼ ਦਾ। ਕੰਪਲੇਨੈਂਟ ਐਂਟਰਿੰਗ ਦ ਲਿਫਟ ਸੈਡ ਟੌਪ। ਜਿਹੜੇ ਬੰਦੇ ਨੇ ਸ਼ਿਕਾਇਤ ਕੀਤੀ, ਹੁਣ ਸ਼ਿਕਾਇਤ ਕੌਣ ਕਰੇਗਾ ਬੇਟੇ? ਉਹ ਪੈਸੇਂਜਰ ਜਿਹਨੂੰ ਬਾਹਰ ਸੁੱਟਿਆ ਗਿਆ। ਤਾਂ ਪੈਸੇਂਜਰ ਨੇ ਦੱਸਿਆ, ਕਹਿੰਦਾ ਕਿ ਮੈਂ ਲਿਫਟ ਦੇ ਵਿੱਚ ਐਂਟਰ ਕੀਤਾ ਤੇ ਮੈਂ ਕਿਹਾ ਟੌਪ, ਜਾਨੀ ਕਿ ਟੌਪ ਫਲੋਰ ਦੇ ਉੱਪਰ ਜਾਣਾ। ਲਿਫਟਮੈਨ ਡਿਮਾਂਡਡ ਟੌਪ ਪਲੀਜ਼। ਤੇ ਜਿਹੜਾ ਲਿਫਟਮੈਨ ਸੀ, ਜਿਹਦੀ ਡਿਊਟੀ ਹੁੰਦੀ ਹੈਗੀ ਲਿਫਟ ਦੇ ਉੱਪਰ, ਉਹ ਚਾਹੁੰਦਾ ਸੀਗਾ ਕਿ ਆਉਣ ਵਾਲਾ ਪਰਸਨ ਉਹਨੂੰ ਪੋਲਾਈਟਲੀ ਪਿਆਰ ਦੇ ਨਾਲ ਟੌਪ ਪਲੀਜ਼ ਕਹੇ। ਬਸ ਪਲੀਜ਼ ਨਹੀਂ ਸੀ ਕਿਹਾ। ਇਸ ਗੱਲ ਦੇ ਉੱਪਰ ਉਸ ਲਿਫਟਮੈਨ ਨੂੰ ਗੁੱਸਾ ਆ ਗਿਆ ਤੇ ਉਹਨੇ ਪੈਸੇਂਜਰ ਨੂੰ ਧੱਕਾ ਮਾਰ ਕੇ ਬਾਹਰ ਸੁੱਟ ਦਿੱਤਾ। ਐਂਡ ਦਿਸ ਕੰਸੈਸ਼ਨ ਬੀਇੰਗ ਰਿਫਿਊਜ਼ਡ, he not only declined to comply with the instruction but hurled the passenger out of the lift। ਕਿਉਂਕਿ ਪਲੀਜ਼ ਨਹੀਂ ਸੀ ਕਿਹਾ, ਇਸੇ ਕਰਕੇ ਉਹਨੇ ਇੰਸਟਰਕਸ਼ਨਸ ਮੰਨਣ ਤੋਂ ਇਨਕਾਰ ਕਰ ਦਿੱਤਾ। ਇੰਸਟਰਕਸ਼ਨ ਕੀ ਸੀ ਕਿ ਮੈਨੂੰ ਟੌਪ ਤੇ ਲੈ ਚੱਲ, ਨਾ ਤਾਂ ਉਹਨੇ ਇੰਸਟਰਕਸ਼ਨ ਮੰਨੀ ਬਲਕਿ ਉਹਨੇ ਪੈਸੇਂਜਰ ਨੂੰ ਲਿਫਟ ਚੋਂ ਧੱਕਾ ਵੀ ਦੇ ਕੇ ਬਾਹਰ ਕੱਢਿਆ। ਦਿਸ ਆਫ ਕੋਰਸ ਵਾਜ਼ ਕੈਰਿੰਗ ਅ ਕਮੈਂਟ ਔਨ ਮੈਨਰਸ ਟੂ ਫਾਰ। ਆਫ ਕੋਰਸ ਇਹਦਾ ਮਤਲਬ ਤਾਂ ਸਿਰਫ ਇਹੀ ਸੀਗਾ ਕਿ ਮੈਨਰਸ ਫੋਲੋ ਨਹੀਂ ਹੋ ਰਹੇ। ਡਿਸਕਰਟਸੀ ਇਜ਼ ਨਾਟ ਅ ਲੀਗਲ ਅਫੈਂਸ। ਪਰ ਜਿਹੜੀ ਡਿਸਕਰਟਸੀ, ਇੱਕ ਹੁੰਦੀ ਹੈ ਬੇਟਾ ਕਰਟਸੀ ਸ਼ੋ ਕਰਨੀ, ਨਿਮਰਤਾ ਦੇ ਨਾਲ, ਪਿਆਰ ਨਾਲ ਬਿਹੇਵ ਕਰਨਾ। ਡਿਸਕਰਟਿਸ ਹੋਣਾ ਬੇਟੇ ਅਭਦਰ ਵਿਵਹਾਰ ਕਰਨਾ, ਠੀਕ ਹੈ, ਰੁੱਖਾਪਣ ਦਿਖਾਉਣਾ। ਤਾਂ ਜਿਹੜਾ ਰੁੱਖਾਪਣ ਹੈ ਉਹ ਕੋਈ ਕਾਨੂੰਨੀ ਜੁਰਮ ਨਹੀਂ ਹੈ। ਇਟ ਡਜ਼ ਨਾਟ ਐਕਸਕਿਊਜ਼ ਅਸੌਲਟ ਐਂਡ ਬੈਟਰੀ। ਤੇ ਜੇ ਤੁਸੀਂ ਕਿਸੇ ਦੇ ਨਾਲ ਰੁੱਖੇ ਤਰੀਕੇ ਨਾਲ ਬੋਲਦੇ ਹੋਗੇ ਤੇ ਅਗਲਾ ਤੁਹਾਡੇ ਉੱਪਰ ਹਮਲਾ ਕਰਦਾ ਹੈ ਤਾਂ ਇਹ ਹਮਲਾ ਕਿਸੇ ਵੀ ਤਰੀਕੇ ਦੇ ਨਾਲ ਜਾਇਜ਼ ਨਹੀਂ ਠਹਿਰਾਇਆ ਜਾਂਦਾ। ਇਫ ਅ ਬਰਗਲਰ ਬ੍ਰੇਕਸ ਇਨਟੂ ਮਾਈ ਹਾਊਸ, ਆਈ ਨੌਕ ਹਿਮ ਡਾਊਨ, ਦ ਲਾਅ ਵਿਲ ਐਕਵਿਟ ਮੀ। ਜੇ ਕੋਈ ਚੋਰ ਮੇਰੇ ਘਰ ਚੋਰੀ ਕਰਨ ਲਈ ਆਉਂਦਾ ਹੈ ਤੇ ਮੈਂ ਉਹਨੂੰ ਨੌਕ ਹਿਮ ਡਾਊਨ, ਮੈਂ ਉਹਨੂੰ ਨੀਚੇ ਸੁੱਟ ਲੈਂਦਾ, ਮੈਂ ਉਹਨੂੰ ਮਾਰ ਦੇਣਾ, ਤਾਂ ਕਾਨੂੰਨ ਮੈਨੂੰ ਮਾਫ ਕਰ ਦੇਗਾ। ਐਂਡ ਇਫ ਆਮ ਫਿਜ਼ੀਕਲੀ ਅਸੌਲਟਡ, ਇਟ ਵਿਲ ਪਰਮਿਟ ਮੀ ਟੂ ਰਿਟੈਲੀਏਟ ਵਿਦ ਰੀਜ਼ਨੇਬਲ ਵਾਇਲੈਂਸ। ਤੇ ਜੇ
ਮੇਰੇ ਉੱਪਰ ਫਿਜ਼ੀਕਲੀ ਹਮਲਾ ਹੁੰਦਾ ਹੈਗਾ ਤਾਂ ਕਾਨੂੰਨ ਮੈਨੂੰ ਪਰਮਿਸ਼ਨ ਦੇਗਾ ਕਿ ਮੈਂ ਵੀ ਰੀਜ਼ਨੇਬਲੀ ਵਾਇਲੈਂਟ ਹੋ ਸਕਾਂ। It does this because the burglar and my assailant have broken quite definite commands of the law। ਕਿਉਂਕਿ ਚੋਰ ਮੇਰੇ ਘਰ ਚੋਰੀ ਕਰਨ ਆਇਆ, ਉਹਨੇ ਇੱਕ ਕਾਨੂੰਨ ਤੋੜਿਆ ਹੈਗਾ, ਗਲਤ ਹੈ ਕਿਸੇ ਦੇ ਘਰ ਚੋਰੀ ਕਰਨਾ, ਤਾਂ ਮੈਂ ਉਸ ਨੂੰ ਨੌਕ ਡਾਊਨ ਕਰ ਸਕਦਾ, ਬਰਗਲਰ ਨੂੰ, ਚੋਰ ਨੂੰ। ਤੇ ਜੇ ਕੋਈ ਫਿਜ਼ੀਕਲੀ ਮੇਰੇ ਉੱਪਰ ਹਮਲਾ ਕਰਦਾ ਹੈਗਾ, ਠੀਕ ਹੈ, ਤਾਂ ਉਹ ਵੀ ਇੱਕ ਕਾਨੂੰਨ ਤੋੜ ਰਿਹਾ ਹੈਗਾ, ਤਾਂ ਮੈਂ ਉਹਦੇ ਨਾਲ ਉਦਾਂ ਦਾ ਹੀ ਬਦਲਾ ਲੈ ਸਕਦਾ। ਪਰ no legal system could attempt to legislate against bad manners। ਪਰ ਜੇ ਕੋਈ ਬੈਡ ਮੈਨਰ ਸ਼ੋ ਕਰਦਾ ਹੈਗਾ ਤਾਂ ਕੋਈ ਵੀ ਕਾਨੂੰਨ ਅਜਿਹਾ ਸਿਸਟਮ ਨਹੀਂ ਹੈਗਾ ਜਿਹਦੇ ਵਿੱਚ ਕੋਈ ਨਿਆਂ ਹੋ ਸਕੇ, or could sanction the use of violence against something which it does not itself recognize as legally punishable offense। ਤੇ ਨਾ ਹੀ ਇਹਦੇ ਲਈ ਕੋਈ ਯੂਜ਼ ਆਫ ਵਾਇਲੈਂਸ ਨੂੰ ਸਹੀ ਠਹਿਰਾਇਆ ਜਾ ਸਕਦਾ। And whatever our sympathy with the lift man, we must admit that the law is reasonable। ਸਾਡੀ ਚਾਹੇ ਅਸੀਂ ਸਿੰਪਥੀ ਕਰਦੇ ਹਾਂ, ਹਮਦਰਦੀ ਕਰਦੇ ਹਾਂ ਉਸ ਲਿਫਟਮੈਨ ਦੇ ਨਾਲ ਕਿ ਹਾਂ ਠੀਕ ਹੈ, ਉਹ ਵਿਚਾਰਾ ਸਿਰਫ ਇੰਨਾ ਹੀ ਚਾਹੁੰਦਾ ਨਾ ਕਿ ਹਰੇਕ ਆਉਣ ਵਾਲਾ ਨੂੰ ਪਲੀਜ਼ ਕਹਿ ਕੇ ਰਿਸਪੈਕਟਫੁਲੀ ਗੱਲ ਕਰੇ, ਅਸੀਂ ਇਹਦੇ ਲਈ ਸਿਰਫ ਹਮਦਰਦੀ ਕਰ ਸਕਦੇ ਹਾਂਗੇ, ਪਰ ਸਾਨੂੰ ਇਹ ਵੀ ਮੰਨਣਾ ਪਏਗਾ ਕਿ ਕਾਨੂੰਨ ਰੀਜ਼ਨੇਬਲ ਹੈ। It would never do if we were at liberty to box people's ears because we didn't like their behavior। Otherwise, ਕਾਨੂੰਨ ਸਾਨੂੰ ਇਹ ਲਿਬਰਟੀ ਨਹੀਂ ਦੇ ਸਕਦਾ ਹੈਗਾ ਕਿ ਅਸੀਂ ਕਿਸੇ ਵੀ ਬੰਦੇ ਦੇ ਕੰਨ ਦੇ ਉੱਪਰ ਘਸੁੰਨ ਮਾਰੀਏ ਕਿਉਂਕਿ ਸਾਨੂੰ ਉਹਦਾ ਬਿਹੇਵੀਅਰ ਪਸੰਦ ਨਹੀਂ ਹੈਗਾ, ਔਰ ਦਾ ਟੋਨ ਆਫ ਦੇਅਰ ਵੋਇਸ। ਕਈ ਵਾਰੀ ਸਾਨੂੰ ਕਿਸੇ ਬੰਦੇ ਦੇ ਬੋਲਣ ਦਾ ਅੰਦਾਜ਼ ਹੀ ਪਸੰਦ ਨਹੀਂ ਹੁੰਦਾ, ਔਰ ਦਾ ਸਕਾਊਲ ਔਨ ਆਫ ਦੇਅਰ ਫੇਸਿਸ। ਕਿਸੇ ਬੰਦੇ ਦੇ ਚਿਹਰੇ ਤੇ ਤਿਉੜੀਆਂ ਰਹਿੰਦੀਆਂ ਨੇਗੀਆਂ, ਇਹਦਾ ਮਤਲਬ ਇਹ ਨਹੀਂਗਾ ਕਿ ਅਸੀਂ ਉਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਮਾਰ ਕੁੱਟ ਸਕਦੇ ਹਾਂ। ਆਵਰ ਫਿਸਟਸ ਵੁੱਡ ਨੈਵਰ ਬੀ ਆਈਡੀਅਲ। ਕਿਉਂਕਿ ਜੇ ਇੱਦਾਂ ਹੋ ਜਾਂਦਾ ਫਿਰ ਤਾਂ ਅਸੀਂ ਕਦੇ ਵਿਹਲੇ ਹੀ ਨਹੀਂ ਹੋਵਾਂਗੇ। ਗਟਰਸ ਆਫ ਦਾ ਸਿਟੀ ਵੁੱਡ ਰਨ ਵਿਦ ਬਲੱਡ ਆਲ ਡੇ। ਫਿਰ ਤਾਂ ਸ਼ਹਿਰ ਦੇ ਵਿੱਚ ਗਟਰਸ ਦੇ ਵਿੱਚ ਖੂਨ ਹੀ ਖੂਨ ਵਹੇਗਾ, ਕਿਉਂਕਿ ਕਦੇ ਵੀ ਇੱਕ ਬੰਦੇ ਦੀ ਬੋਲਬਾਣੀ ਦੂਜੇ ਨੂੰ ਪਸੰਦ ਨਹੀਂ ਹੁੰਦੀ। ਜੇ ਕਾਨੂੰਨ ਇਹ ਕਹਿ ਦੇਵੇ ਕਿ ਹਾਂਜੀ ਬੈਡ ਮੈਨਰਸ ਦੇ ਲਈ ਵੀ ਤੁਸੀਂ ਕਿਸੇ ਨੂੰ ਪਨਿਸ਼ ਕਰ ਸਕਦੇ ਹੋ, ਫਿਰ ਤਾਂ ਕਹਿੰਦਾ ਸ਼ਹਿਰ ਦੀਆਂ ਗਲੀਆਂ ਖੂਨ ਦੇ ਨਾਲ ਹੀ ਭਰੀਆਂ ਰਹਿਣ। I may be as uncivil as I may please, and the law will protect me against violent retaliation। ਮੈਂ ਜਿੰਨਾ ਚਾਹਾਂ ਅਸਭਿਅਕ ਵਿਵਹਾਰ ਕਰ ਸਕਦਾ, ਜਿੰਨਾ ਮੈਂ ਚਾਹਾਂ, ਤੇ ਕਾਨੂੰਨ ਜਿਹੜਾ ਹੈ ਮੈਨੂੰ ਪ੍ਰੋਟੈਕਟ ਕਰੇਗਾ ਕਿ ਕੋਈ ਵੀ ਮੈਨੂੰ ਵਾਇਲੈਂਟਲੀ ਰਿਟੈਲੀਏਟ, ਕੋਈ ਵੀ ਮੇਰੇ ਉੱਪਰ ਵਾਇਲੈਂਟਲੀ ਹਮਲਾ ਨਾ ਕਰੇ। It may be haughty or boorish, and there is no penalty to pay except the penalty of being written down as an ill-mannered fellow। ਮੈਂ ਕਿੰਨਾ ਹੀ ਗੁਸਤਾਖ ਹੋਵਾਂ, ਮੈਂ ਕਿੰਨਾ ਹੀ ਰੁੱਖਾ ਕਿਸੇ ਦੇ ਨਾਲ ਬਿਹੇਵ ਕਰਾਂ, ਕੋਈ ਪੈਨੈਲਿਟੀ ਨਹੀਂ ਹੈਗੀ, ਬਸ ਇੱਕੋ ਹੀ ਸਜ਼ਾ ਹੈ ਕਿ ਲੋਕ ਤੁਹਾਨੂੰ ਇਲ ਮੈਨਰਡ ਕਹਿਣਾ ਸ਼ੁਰੂ ਕਰ ਦੇਣ। ਦ ਲਾਅ ਡਜ਼ਨਟ ਕੰਪੈਲ ਮੀ ਟੂ ਸੇ ਪਲੀਜ਼। ਕਾਨੂੰਨ ਮੈਨੂੰ ਇਹ ਨਹੀਂ ਕਦੇ ਵੀ ਕੰਪੈਲ ਕਰ ਸਕਦਾ ਕਿ ਮੈਂ ਹਰੇਕ ਨੂੰ ਪਲੀਜ਼ ਕਹਿ ਕੇ ਗੱਲ ਕਰਾਂ, ਔਰ ਟੂ ਐਟਿਊਨ ਮਾਈ ਵੋਇਸ ਟੂ other people's sensibilities any more than it says that I shall not wax mustache or dye my hair or wear ringlets down my back। ਤੇ ਨਾ ਹੀ ਇਹ ਹੋ ਸਕਦਾ ਹੈਗਾ ਕਿ ਕਾਨੂੰਨ ਮੈਨੂੰ ਇਹ ਕਹੇ ਕਿ ਮੈਂ ਆਪਣੀ ਆਵਾਜ਼ ਨੂੰ ਦੂਜੇ ਲੋਕਾਂ ਦੀਆਂ ਸੈਂਸੀਬਿਲਿਟੀਜ਼ ਦੇ ਅਕੋਰਡਿੰਗਲੀ ਮੋਲਡ ਕਰ ਲਵਾਂ, ਚੇਂਜ ਕਰ ਲਵਾਂ, ਠੀਕ ਹੈ। ਜਿਵੇਂ ਮੈਨੂੰ ਕਾਨੂੰਨ ਇਹ ਨਹੀਂ ਕਹਿ ਸਕਦਾ ਕਿ ਮੈਂ ਆਪਣੀਆਂ ਮੁੱਛਾਂ ਦੇ ਉੱਪਰ ਵੈਕਸ ਲਾ ਕੇ ਰੱਖਾਂ ਜਾਂ ਮੈਂ ਆਪਣੇ ਵਾਲਾਂ ਨੂੰ ਡਾਈ ਕਰਕੇ ਰੱਖਾਂ, ਠੀਕ ਹੈ। ਤਾਂ ਮਤਲਬ ਕਿ ਇਹ ਮੇਰੀ ਪਰਸਨਲ ਚੋਇਸ ਹੈ, ਮੈਂ ਚਾਹਾਂ ਆਪਣੇ ਵਾਲ ਸਫੇਦ ਰੱਖ ਸਕਦਾ, ਚਾਹਾਂ ਤਾਂ ਉਹਨਾਂ ਨੂੰ ਬਰਾਊਨ, ਰੈਡ, ਬਲੈਕ ਕਿਵੇਂ ਵੀ ਕਰ ਸਕਦਾ। ਕਾਨੂੰਨ ਇਹਦੇ ਵਿੱਚ ਕੁਝ ਨਹੀਂ ਕਰੇਗਾ। ਉੱਦਾਂ ਹੀ ਕਾਨੂੰਨ ਬਿਲਕੁਲ ਨਹੀਂ ਮੈਨੂੰ ਕਹਿੰਦਾ ਕਿ ਮੈਂ ਪਲੀਜ਼ ਕਹਿ ਕੇ ਗੱਲ ਕਰਾਂ। It doesn't recognize the liquidation of our feelings as a case of compensation। There is no allowance for moral and intellectual damages in these matters। ਠੀਕ ਹੈ, ਇਹਨਾਂ ਮੈਟਰਸ ਦੇ ਵਿੱਚ ਜੇ ਅਸੀਂ ਕਿਸੇ ਨੂੰ ਪਲੀਜ਼ ਕਹਿ ਕੇ ਗੱਲ ਨਹੀਂ ਕਰਦੇ, ਠੀਕ ਹੈ, ਅਗਲੇ ਨੂੰ ਦਿਲੋਂ ਬੁਰਾ ਲੱਗਦਾ ਹੈ, ਪਰ ਇਹਨਾਂ ਇੰਟੈਲੈਕਚੁਅਲ ਡੈਮੇਜਸ ਤੇ ਇਹਨਾਂ ਮੋਰਲ ਡੈਮੇਜਸ ਦੇ ਲਈ ਕੋਈ ਵੀ ਅਲਾਉਂਸ ਨਹੀਂ, ਕੋਈ ਮੁਆਵਜ਼ਾ ਨਹੀਂ ਹੈਗਾ। ਕਾਨੂੰਨ ਉਹਦੇ ਵਿੱਚ ਕੋਈ ਇੰਟਰਫੇਅਰ ਨਹੀਂ ਕਰਦਾ। This doesn't mean that the damages are negligible। ਪਰ ਕਹਿੰਦਾ ਇਹ ਨਹੀਂ ਹੈਗਾ ਕਿ ਜਿਹੜਾ ਇਹ ਡੈਮੇਜ ਹੁੰਦਾ ਹੈਗਾ, ਠੀਕ ਹੈ, ਕਿਸੇ ਨੂੰ ਆਪਾਂ ਰੁੱਖਾ ਬੋਲੇ, ਅਗਲੇ ਨੂੰ ਬੁਰਾ ਲੱਗਦਾ ਹੈਗਾ, ਤੇ ਇਹ ਜਿਹੜਾ ਡੈਮੇਜ ਹੈਗਾ ਇਹਨੂੰ ਅਸੀਂ ਨਜ਼ਰਅੰਦਾਜ਼ ਨਹੀਂ ਕਰ ਸਕਦੇ। It is probable that the liftman was much more acutely hurt by what he regarded as a slur upon his social standing than he would have been if he had a kick on the shin for which he could have gotten legal redress। It is probable, ਇਹ ਸੰਭਵ ਹੈ ਕਿ ਲਿਫਟਮੈਨ ਨੂੰ ਬਹੁਤ ਜ਼ਿਆਦਾ ਇਹ ਗੱਲ ਹਰਟ ਹੋਈ ਹੋਵੇ,
ਤੇ ਉਹਨੂੰ ਲੱਗਿਆ ਹੋਵੇ ਕਿ ਉਹਦੀ ਸੋਸ਼ਲ ਜੋ ਇੱਕ ਰੈਪੂਟੇਸ਼ਨ ਹੈ, ਠੀਕ ਹੈ, ਉਹ ਇੱਕ ਲਿਫਟਮੈਨ ਹੈ, ਬਟ ਈਚ ਐਂਡ ਐਵਰੀਬਡੀ ਡਿਮਾਂਡਸ ਰਿਸਪੈਕਟ ਕਰਵਾਉਣਾ ਤਾਂ ਹਰ ਕੋਈ ਚਾਹੁੰਦਾ ਹੈਗਾ। ਸ਼ਾਇਦ ਉਸ ਬੰਦੇ ਨੂੰ ਜ਼ਿਆਦਾ ਹਰਟ ਹੋਈ ਇਹ ਗੱਲ ਇਸ ਨਾਲੋਂ ਜ਼ਿਆਦਾ ਕਿ ਜੇ ਕੋਈ ਉਹਨੂੰ ਕਿੱਕ ਮਾਰਦਾ, ਠੀਕ ਹੈ, ਕਿਉਂਕਿ ਜੇ ਕੋਈ ਤੁਹਾਨੂੰ ਕਿੱਕ ਮਾਰਦਾ ਹੈਗਾ ਤਾਂ ਫਿਰ ਤੁਸੀਂ ਕਾਨੂੰਨਨ ਰਿਡਰੈਸਲ ਲੈ ਸਕਦੇ ਹੋ, ਫਿਰ ਤੁਸੀਂ ਕਾਨੂੰਨ ਦੀ ਸਹਾਇਤਾ ਲੈ ਸਕਦੇ ਹੋ ਕਿ ਫਲਾਣੇ ਬੰਦੇ ਨੇ ਮੇਰੇ ਲੱਤ ਮਾਰੀ ਜਾਂ ਫਲਾਣੇ ਬੰਦੇ ਨੇ ਮੇਰੇ ਉੱਪਰ ਅਟੈਕ ਕੀਤਾ, ਉਹਦੇ ਲਈ ਕਾਨੂੰਨ ਇੰਟਰਫੇਅਰ ਕਰੇਗਾ। ਪਰ ਜਿਹੜਾ ਕਿਸੇ ਦੀ ਕਹੀ ਹੋਈ ਗੱਲ ਦੇ ਨਾਲ ਚੋਟ ਪਹੁੰਚਦੀ ਹੈ ਉਹਦੇ ਵਿੱਚ ਕਾਨੂੰਨ ਕੁਝ ਨਹੀਂ ਕਰਦਾ। ਪਰ ਇਹ ਜਿਹੜੀ ਪੇਨ ਹੈ, ਦਾ ਪੇਨ ਆਫ ਅ ਵੂਂਡ ਟੂ ਆਵਰ ਸੈਲਫ ਰਿਸਪੈਕਟ ਔਰ ਵੈਨਿਟੀ ਮੇ ਪੋਇਜ਼ਨ ਅ ਹੋਲ ਡੇ। ਪਰ ਜੋ ਜ਼ਖਮ ਸਾਡੀ ਸੈਲਫ ਰਿਸਪੈਕਟ ਨੂੰ ਪਹੁੰਚਦਾ, ਜੋ ਜਿਹੜਾ ਹੈ ਜ਼ਖਮ ਸਾਡੀ ਸ਼ਾਨ ਨੂੰ ਪਹੁੰਚਦਾ ਹੈਗਾ, ਉਹਦੇ ਨਾਲ ਸਾਡਾ ਸਾਰਾ ਦਿਨ ਜਿਹੜਾ ਹੈਗਾ ਉਹ ਜ਼ਹਿਰੀਲਾ ਹੋ ਜਾਂਦਾ। I can imagine that liftman denied the relief of throwing the author of his move out of the lift, brooding over the insult by the hour and visiting it on his wife in the evening as the only way of restoring his equilibrium। मैं इमेजिन कर सकता वो लिफ्टमैन, ठीक है, जिन्हें के एक आदमी ਨੂੰ ਬਾਹਰ ਸੁੱਟਿਆ, ਠੀਕ ਹੈ, ਉਹਨੂੰ ਇਨਸਲਟਡ ਤਾਂ ਫੀਲ ਹੋਇਆ ਉਹਨੂੰ, ਠੀਕ ਹੈ, ਬਰੂਡਿੰਗ ਓਵਰ ਦਾ ਇਨਸਲਟ ਬਾਈ ਦਾ ਆਵਰ, ਉਹ ਉਸ ਇਨਸਲਟ ਦੇ ਬਾਰੇ ਸੋਚਦਾ ਰਿਹਾ। ਸ਼ਾਮ ਨੂੰ ਜਦੋਂ ਘਰ ਗਿਆ, ਘਰ ਜਾ ਕੇ ਇੱਕ ਸੰਤੁਲਨ ਬਣਾਉਣ ਦੇ ਲਈ ਉਹਨੇ ਸਾਰਾ ਗੁੱਸਾ ਆਪਣੀ ਵਾਈਫ ਦੇ ਉੱਪਰ ਕੱਢਿਆ। ਫॉर देयर आर few things more catching than bad temper and bad manners। ਆਹ ਲਾਈਨ ਬੜੀ ਇੰਪੋਰਟੈਂਟ ਹੈ ਬੇਟੇ ਪੂਰੇ ਚੈਪਟਰ ਦੇ ਵਿੱਚ, ਕਿਉਂਕਿ ਕੁਝ ਇੱਕ ਚੀਜ਼ਾਂ ਹੀ ਨੇਗੀਆਂ ਜਿਹੜੀਆਂ ਕਿ ਬੈਡ ਟੈਂਪਰ ਤੇ ਬੈਡ ਮੈਨਰਸ ਦੇ ਨਾਲੋਂ ਜ਼ਿਆਦਾ ਤੇਜ਼ੀ ਨਾਲ ਫੈਲਦੀਆਂ ਨੇ। When Sir Anthony Absolute bullied Captain Absolute, the latter went out and bullied his men back। ਹੁੰਦਾ ਕੀ ਹੈ, ਇੱਕ ਵਿਸ਼ਿਅਸ ਸਰਕਲ ਹੈਗਾ, ਇਹ ਘੁੰਮਦਾ ਹੈਗਾ ਕਿ ਬੈਡ ਮੈਨਰਸ ਜਾਂ ਬੈਡ ਟੈਂਪਰ ਸ਼ੋ ਕਰਨਾ। ਜਦੋਂ ਸਰ ਐਂਥਨੀ ਐਬਸੋਲਿਊਟ ਨੇ ਕੈਪਟਨ ਐਬਸੋਲਿਊਟ ਨੂੰ ਬੁਲੀ ਕੀਤਾ ਤਾਂ ਉਹ ਬਾਹਰ ਗਿਆ ਤੇ ਉਹਨੇ ਜਾ ਕੇ ਆਪਣੇ ਜਿਹੜਾ ਅੰਡਰ ਸਬੋਰਡੀਨੇਟ ਸੀ ਫੈਗ, ਉਹਨੂੰ ਉਹਦੇ ਉੱਪਰ ਗੁੱਸਾ ਕੱਢਿਆ। ਵੇਅਰ ਅਪॉन ਫੈਗ ਵੈਂਟ ਡਾਊਨਸਟੇਅਰਸ ਕਿਕਡ ਦਾ ਪੇਜ ਬॉय। ਫੈਗ ਨੇ ਕੀ ਕੀਤਾ, ਨੀਚੇ ਗਿਆ, ਉਹਨੇ ਜਾ ਕੇ ਪੇਜ ਬॉय ਬੇਟੇ ਆਪਾਂ ਕਿਸੇ ਨੂੰ ਵੀ ਜਿਹੜੇ ਅਟੈਂਡੈਂਟ ਹੁੰਦੇ ਨੇਗੇ, ਸਰਵੈਂਟਸ ਹੁੰਦੇ ਨੇਗੇ, ਉਹਨੂੰ ਜਾ ਕੇ ਲੱਤ ਮਾਰੀ, ਉਹਦੇ ਉੱਪਰ ਗੁੱਸਾ ਕੱਢਿਆ। Probably the man who sat top to the lift man was really only getting back on his employer who had not said good morning to him। ਸ਼ਾਇਦ ਉਹ ਆਦਮੀ ਜਿਹਨੇ ਕੱਲਾ ਟੌਪ ਕਿਹਾ ਸੀ ਆ ਕੇ ਲਿਫਟਮੈਨ ਨੂੰ, ਉਹ ਸ਼ਾਇਦ ਬਦਲਾ ਹੀ ਲੈ ਰਿਹਾ ਸੀਗਾ ਆਪਦੇ ਇੰਪਲੋਇਰ ਦਾ, ਠੀਕ ਹੈ, ਆਪਦਾ ਇੰਪਲੋਇਰ ਜਿਹਨੇ ਉਹਨੂੰ ਗੁੱਡ ਮਾਰਨਿੰਗ ਨਹੀਂ ਸੀ ਕਿਹਾ, ਬਿਕੋਜ਼ ਹੀ ਹਿਮਸੈਲਫ ਹੈਡ ਬੀਨ ਹੈਂਡਪੈਕਡ ਐਟ ਦਾ ਬ੍ਰੇਕਫਾਸਟ। ਹੁਣ ਉਹਨੇ ਇੰਪਲੋਇਰ ਨੇ ਗੁੱਡ ਮਾਰਨਿੰਗ ਕਿਉਂ ਨਹੀਂ ਸੀ ਕਿਹਾ, ਕਿਉਂਕਿ ਉਹਨੂੰ ਉਹਦੀ ਵਾਈਫ ਨੇ ਸਵੇਰੇ ਬ੍ਰੇਕਫਾਸਟ ਦੇ ਉੱਪਰ ਪਰੇਸ਼ਾਨ ਕੀਤਾ ਸੀਗਾ। ਟੂ ਹੋਮ ਦਾ ਕੁੱਕ ਹੈਡ ਬੀਨ ਇੰਸੋਲੈਂਟ। ਵਾਈਫ ਨੇ ਇੱਦਾਂ ਦਾ ਬਿਹੇਵ ਕਿਉਂ ਕੀਤਾ, ਕਿਉਂਕਿ ਕੁੱਕ ਨੇ ਉਹਦੇ ਨਾਲ ਭੈੜਾ ਬਿਹੇਵ ਕੀਤਾ ਸੀ। ਬਿਕੋਜ਼ ਦਾ ਹਾਊਸਮੇਡ ਹੈਡ ਆਂਸਰਡ ਹਰ ਵੇ। ਤੇ ਕੁੱਕ ਨੇ ਅਜਿਹਾ ਕਿਉਂ ਕੀਤਾ, ਕੁੱਕ ਨੂੰ ਘਰ ਦੀ ਜਿਹੜੀ ਨੌਕਰਾਣੀ ਸੀਗੀ ਉਹਨੇ ਉਲਟ ਜਵਾਬ ਦਿੱਤਾ ਸੀ। ਸੋ ਇੱਕ ਸਰਕਲ ਹੈਗਾ, ਇੱਕ ਜਣਾ ਆਪਣੇ ਤੇ ਗੁੱਸਾ ਕਰਦਾ, ਆਪਾਂ ਉਹ ਗੁੱਸਾ ਦੂਜੇ ਤੇ ਕੱਢਦੇ ਹਾਂ, ਦੂਜਾ ਉਹ ਗੁੱਸੇ ਤੀਜੇ ਤੇ ਕੱਢੇਗਾ, ਤੀਜਾ ਚੌਥੇ ਤੇ, ਚੌਥਾ ਪੰਜਵੇਂ ਤੇ, ਠੀਕ ਹੈ। ਸੋ ਵੀ ਇਨਫੈਕਟ ਦਾ ਵਰਲਡ ਵਿਦ ਆਵਰ ਇਲ ਹਿਊਮਰਸ, ਠੀਕ ਹੈ, ਤੇ ਇਸ ਤਰੀਕੇ ਨਾਲ ਆਪਣੇ ਭੈੜੇ ਬਿਹੇਵੀਅਰ ਦੇ ਨਾਲ ਅਸੀਂ ਪੂਰੀ ਦੁਨੀਆ ਜਿਹੜੀ ਹੈ ਉਹਨੂੰ ਇਨਫੈਕਟ ਕਰ ਦਿੰਦੇ ਆਂਗੇ, ਦੂਸ਼ਿਤ ਕਰ ਦਿੰਦੇ ਹਾਂ। ਬੈਡ ਮੈਨਰਸ ਪ੍ਰੋਬੇਬਲੀ ਡੂ ਮੋਰ ਟੂ ਪੋਇਜ਼ਨ ਦਾ ਸਟਰੀਮ ਆਫ ਦਾ ਜਨਰਲ ਲਾਈਫ ਦੈਨ ਆਲ ਦਾ ਕ੍ਰਾਈਮਸ ਇਨ ਦਾ ਕੈਲੰਡਰ। ਦਿਸ ਇਜ਼ ਆਲਸੋ ਵੈਰੀ ਇੰਪੋਰਟੈਂਟ ਲਾਈਨ ਫਰੋਮ ਦਾ ਚੈਪਟਰ ਬੇਟਾ, ਕਿ ਬੈਡ ਮੈਨਰਸ ਜਿਹੜੇ ਹੈਗੇ ਨੇ ਉਹ ਜਨਰਲ ਲਾਈਫ ਨੂੰ ਜ਼ਿਆਦਾ ਜ਼ਹਿਰੀਲਾ ਕਰ ਦਿੰਦੇ ਨੇ। ਉਹਨੇ ਤਾਂ ਕ੍ਰਾਈਮ ਨਹੀਂ ਹੁੰਦੇ ਸੋਸਾਇਟੀ ਦੇ ਵਿੱਚ ਜਿੰਨੇ ਸਿਰਫ ਬੈਡ ਮੈਨਰਸ ਦੇ ਨਾਲ ਸੋਸਾਇਟੀ ਗੰਦੀ ਹੋ ਜਾਂਦੀ ਹੈ। For one wife who gets a black eye from an otherwise good-natured husband, there are 100 who live a life of martyrdom under the shadow of a morose temper। एक wife who gets a black eye from an otherwise good-natured husband, हो सकता ਉਹਦਾ husband बड़ा good-natured ਹੋਵੇ, ਪਰ ਕਦੇ ਕਦਾਈ, ठीक है, she also gets a black eye। black eye ਦਾ ਮਤਲਬ ਹੈ ਬੇਟੇ ਕਿ ਕੁੱਟ ਪੈ ਸਕਦੀ ਹੈ। ਹੰਡਰਡਸ ਉਹ ਵੀ ਨੇਗੇ ਜਿਹੜੇ ਕਿ ਅਜਿਹੇ ਭੈੜੇ ਟੈਂਪਰ, ਮੋਰੋਸ ਟੈਂਪਰ ਬੇਟੇ, ਭੈੜੇ ਗੁੱਸੇਖੋਰ ਲੋਕਾਂ ਦੇ ਨਾਲ ਰਹਿੰਦੇ ਨੇਗੇ ਤੇ ਇੱਕ ਲਾਈਫ ਆਫ ਮੈਟਰਡਮ ਜਿਉਂਦੇ ਨੇ। ਬਟ ਆਲ ਦਾ ਸੇਮ ਦਾ law cannot come the guardian of our private manner। ਪਰ ਕੁਝ ਵੀ ਹੋਵੇ, ਠੀਕ ਹੈ, ਕਾਨੂੰਨ ਜਿਹੜਾ ਹੈਗਾ ਉਹ ਪ੍ਰਾਈਵੇਟ ਮੈਨਰਸ ਦੇ ਵਿੱਚ ਸਾਨੂੰ ਗਾਰਡ ਨਹੀਂ ਕਰ ਸਕਦਾ।
No decalogue could cover the vast area of offences. कोई भी इदां ਦਾ ਕਾਨੂੰਨ ਡੈਕਾਲੌਗ ਹੁੰਦਾ ਹੈਗਾ ਬੇਟੇ, ਕੋਈ ਆਪਾਂ ਲਈਏ ਕਿ ਕੋਈ ਕਿਤਾਬ ਲਿਖੀ ਹੋਈ ਹੈ ਕਿ ਜਿਹਦੇ ਵਿੱਚ ਲਿਖਿਆ ਕਿ ਫਲਾਣੇ offence ਦੇ ਲਈ ਫਲਾਣੀ ਸਜ਼ਾ, ਇਸ ਦੇ ਲਈ ਆਹ ਸਜ਼ਾ, ਇਸ ਦੇ ਲਈ ਆਹ ਸਜ਼ਾ। ਇੱਦਾਂ ਦਾ ਕੋਈ ਡੈਕਾਲੌਗ ਨਹੀਂ ਹੈਗਾ ਜਿਹੜਾ ਕਿ ਇਹਨਾਂ offences ਨੂੰ ਕਵਰ ਕਰ ਸਕੇ, ਤੇ ਕੋਈ ਵੀ ਅਜਿਹੀ ਕੋਰਟ ਨਹੀਂ ਹੈਗੀ ਜਿਹੜੀ ਕਿ ਅਜਿਹਾ ਕਾਨੂੰਨ ਬਣਾਵੇ which governed our social civilities, our speech, the tilt of our eyebrows and all our moods and manners। ਤੇ ਕੋਈ ਵੀ ਅਜਿਹੀ ਕੋਰਟ ਨਹੀਂ ਹੈਗੀ sorry bete, no court could administer a law which governed our social civilities। ਤੇ ਕੋਈ ਵੀ ਅਜਿਹਾ ਕੋਰਟ ਨਹੀਂ ਹੈਗੀ ਜਿਹੜੀ ਕਿ ਸਾਡੀਆਂ ਸੋਸ਼ਲ ਸਿਵਿਲਿਟੀਜ਼ ਨੂੰ ਗਵਰਨ ਕਰ ਸਕੇ, ਸਾਡੀ ਸਪੀਚ ਨੂੰ ਸੁਧਾਰ ਸਕੇ, ਅਸੀਂ ਆਪਣੀ ਆਈਬਰੋਜ਼ ਨੂੰ ਕਿੱਦਾਂ ਟਿਲਟ ਕਰਕੇ ਰੱਖਦੇ ਹਾਂ, ਜਾਂ ਸਾਡੇ ਮੂਡ ਨੂੰ ਜਾਂ ਮੈਨਰਸ ਨੂੰ। ਇਹਦੇ ਲਈ ਕਾਨੂੰਨ ਜਾਂ ਕੋਈ ਵੀ ਅਦਾਲਤ ਨਹੀਂ ਹੈ। But we are bound to endorse the verdict against the liftman. Most people will have a certain sympathy with him. ਪਰ ਲਿਫਟਮੈਨ ਦੇ ਅਗੇਂਸਟ ਜੋ ਵਰਡਿਕਟ ਹੈ ਅਸੀਂ ਉਹਨੂੰ ਜ਼ਰੂਰ ਇੰਡੋਰਸ ਕਰਦੇ ਹਾਂ, ਅਸੀਂ ਕਹਿੰਦੇ ਹਾਂ ਕਿ ਹਾਂ ਲਿਫਟਮੈਨ ਜਿਹੜਾ ਹੈਗਾ ਉਹਨੇ ਗਲਤ ਕੀਤਾ ਹੈਗਾ, ਠੀਕ ਹੈ। ਮੋਸਟ ਪੀਪਲ ਵਿਲ ਹੈਵ ਅ ਸਰਟਨ ਸਿੰਪਥੀ ਵਿਦ ਹਿਮ, ਬਹੁਤੇ ਲੋਕਾਂ ਨੂੰ ਉਸ ਦੇ ਨਾਲ ਹਮਦਰਦੀ ਹੋ ਸਕਦੀ ਹੈ। ਵਾਈਲ ਇਟ ਇਜ਼ ਟਰੂ that there is no law that compel us to say please, there is a social practice much older and more sacred than any law which enjoins us to be civil। ਇਹ ਸੱਚ ਹੈਗਾ, ਕੋਈ ਕਾਨੂੰਨ ਸਾਨੂੰ ਕੰਪੈਲ ਨਹੀਂ ਕਰਦਾ ਕਿ ਅਸੀਂ ਪਲੀਜ਼ ਕਹੀਏ, ਪਰ ਇੱਕ ਸੋਸ਼ਲ ਪ੍ਰੈਕਟਿਸ ਜ਼ਰੂਰ ਹੈ ਜਿਹੜੀ ਕਿ ਕਾਫੀ ਪੁਰਾਣੀ ਹੈਗੀ ਔਰ ਕਾਫੀ ਸੀਕ੍ਰੇਟ ਹੈ, ਠੀਕ ਹੈ। ਜੋ ਇੱਕ ਸੋਸ਼ਲ ਪ੍ਰੈਕਟਿਸ, ਇੱਕ ਬੇਟੇ ਸਾਡਾ ਇੱਕ ਤਾਣਾ ਬਾਣਾ ਸਮਾਜਿਕ ਇੱਦਾਂ ਦਾ ਬਣਿਆ ਹੋਇਆ, ਬੱਚੇ ਨੂੰ ਅਸੀਂ ਬਚਪਨ ਤੋਂ ਹੀ ਸਿਖਾਉਂਦੇ ਹਾਂ ਬੇਟਾ ਸੌਰੀ ਕਹਿਣਾ ਹੈ, ਪਲੀਜ਼ ਕਹਿਣਾ ਹੈ, ਥੈਂਕ ਯੂ ਕਹਿਣਾ ਹੈ, ਠੀਕ ਹੈ। ਇਹ ਗੱਲਾਂ ਅਸੀਂ ਕਿਉਂ ਸਿਖਾਉਂਦੇ ਹਾਂ? ਇਹ ਕਾਨੂੰਨਨ ਨਹੀਂ ਹੈਗੀਆਂ, ਇਹ ਸਾਡੇ ਸਮਾਜ ਦੇ ਵਿੱਚੋਂ ਪੈਦਾ ਹੋਈਆਂ ਨੇਗੀਆਂ ਤੇ ਸਾਡੇ ਸਮਾਜ ਦੀ ਜ਼ਰੂਰਤ ਹੈਗੀ ਕਿ ਅਸੀਂ ਸਿਵਲ ਬਣੀਏ, ਅਸੀਂ ਸਭਿਅਕ ਹੋਈਏ। And the first requirement of civility is that we should acknowledge a service। और पहली रिक्वायरमेंट की है सभ्यक होने की कि ਅਸੀਂ ਕੋਈ ਵੀ ਸੇਵਾ ਕਿਸੇ ਤੋਂ ਲੈਣੀ ਹੈ ਤਾਂ ਉਹਨੂੰ ਐਕਨੋਲੇਜ ਕਰੀਏ। Please and thank you are the small change with which we pave our way as social beings। Please ਤੇ thank you ਛੋਟੀਆਂ ਛੋਟੀਆਂ ਗੱਲਾਂ ਨੇਗੀਆਂ ਜਿਹਦੇ ਨਾਲ ਅਸੀਂ social being ਬਣ ਸਕਦੇ ਹਾਂ। They are the little courtesies by which we keep the machine of life oiled and running sweetly। ਇਹ ਛੋਟੀਆਂ ਛੋਟੀਆਂ ਕਟਸਿਸ ਜਿਹਦੇ ਨਾਲ ਜ਼ਿੰਦਗੀ ਦੀ ਜਿਹੜੀ ਮਸ਼ੀਨ ਹੈ ਉਹ ਵਧੀਆ ਚੱਲਦੀ ਰਹਿੰਦੀ ਹੈ, ਰਨਿੰਗ ਸਵੀਟਲੀ ਵਧੀਆ ਚੱਲਦੀ ਹੈ। They put our intercourse upon the basis of friendly cooperation as easy give and take instead of on the basis of superiors dictating to inferiors। Okay? They put our intercourse upon the basis of friendly cooperation। ਜਦੋਂ ਅਸੀਂ please ਤੇ thank you ਵਰਗੇ ਸ਼ਬਦ ਵਰਤਦੇ ਹਾਂਗੇ ਤਾਂ ਇੱਕ ਦੋਸਤਾਨਾ ਸੰਬੰਧ ਰਹਿੰਦੇ ਨੇਗੇ, ਠੀਕ ਹੈ। ਇੱਕ ਸੁਪੀਰੀਅਰ ਤੇ ਇਨਫੀਰੀਅਰ, ਇੱਕ ਬੌਸ ਤੇ ਇੱਕ ਜਿਹੜਾ ਉਹਦਾ ਇੰਪਲੋਇਰ ਹੈ, ਉਹਨਾਂ ਦੇ ਵਿੱਚ ਵੀ ਦੋਸਤਾਨਾ ਸੰਬੰਧ ਹੋ ਸਕਦੇ ਨੇਗੇ ਅਗਰ ਉਹ ਪਲੀਜ਼ ਤੇ ਥੈਂਕ ਯੂ ਵਰਗੇ ਵਰਡ ਜਿਹੜੇ ਨੇਗੇ ਯੂਜ਼ ਕਰਦੇ ਨੇ। ਇਟ ਇਜ਼ ਵੈਰੀ ਵਲਗਰ ਮਾਈਂਡ ਦੈਟ ਵੁੱਡ ਵਿਸ਼ ਟੂ ਕਮਾਂਡ ਵੈਨ ਹੀ ਕੈਨ ਹੈਵ ਦ ਸਰਵਿਸ ਫॉर द ਆਸਕਿੰਗ। ਤੇ ਉਹ ਕੋਈ ਭੈੜਾ ਹੀ ਦਿਮਾਗ ਹੋਏਗਾ ਜਿਹੜਾ ਇਹ ਸੋਚਦਾ ਹੋਏਗਾ ਕਿ ਮੈਂ ਕਮਾਂਡ ਕਰਾਂ, ਕਿਉਂਕਿ ਜਦੋਂ ਅਸੀਂ ਕੋਈ ਕੰਮ ਪਿਆਰ ਨਾਲ ਕਰਵਾ ਸਕਦੇ ਹਾਂ, ਹੈਵ ਇਟ ਵਿਦ ਵਿਲਿੰਗਨੈਸ ਐਂਡ ਗੁੱਡ ਫੀਲਿੰਗ, ਜਦੋਂ ਅਸੀਂ ਗੁੱਡ ਫੀਲਿੰਗਸ ਦੇ ਨਾਲ ਵਿਲਿੰਗਨੈਸ ਨਾਲ ਕੋਈ ਕੰਮ ਕਰਵਾ ਸਕਦੇ ਹਾਂਗੇ ਤਾਂ ਫਿਰ ਜ਼ਰੂਰਤ ਹੀ ਨਹੀਂ ਹੈਗੀ ਰਿਜ਼ੈਂਟਮੈਂਟ ਦੀ। ਤਾਂ I should like to feature in this connection my friend। ਇਸ ਕਨੈਕਸ਼ਨ ਦੇ ਵਿੱਚ ਮੈਂ ਆਪਣੇ ਇੱਕ ਫਰੈਂਡ ਨੂੰ ਇੱਥੇ ਫੀਚਰ ਕਰਨਾ ਚਾਹੁੰਦਾ, ਉਹਦੇ ਬਾਰੇ 'ਚ ਮੈਂ ਲਿਖਣਾ ਚਾਹੁੰਦਾ। ਦ ਪੋਲਾਈਟ ਕੰਡਕਟਰ, ਤੇ ਇਹ ਮੇਰਾ ਦੋਸਤ ਹੈਗਾ ਇੱਕ ਪੋਲਾਈਟ ਕੰਡਕਟਰ। By this discriminating title, I do not intend to suggest a rebuke to conductors generally। देखो मैं कह रहा ना पोलाइट कंडक्टर, ठीक है, कंडक्टर ਦੇ ਨਾਲ ਮੈਂ पोलाइट वर्ड यूज कर रही ਹਾਂ। ਇਹ ਇੱਕ ਅਲੱਗ ਜਿਹਾ ਕਰਨ ਵਾਲਾ ਟਾਈਟਲ ਹੈਗਾ, ਮੈਂ ਉਹਨੂੰ पोलाइट कंडक्टर ਦਾ ਨਾਮ ਦੇ ਰਹੀ ਹਾਂ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਮੈਂ ਜਨਰਲੀ ਕੰਡਕਟਰਸ ਨੂੰ ਕੋਈ ਰਿਵਿਊਕ ਕਰ ਰਹੀ ਹਾਂ ਜਾਂ ਉਹਨਾਂ ਨੂੰ ਬੁਰਾ ਕਹਿ ਰਹੀ ਹਾਂ। ਔਨ ਦ ਕੰਟਰੇਰੀ, ਇਸ ਦੇ ਉਲਟ I am disposed to think that there are few cases of men who come through the ordeal of very trying calling better than bus conductors do। ਕਹਿੰਦਾ ਮੈਨੂੰ ਤਾਂ ਇਹ ਲੱਗਦਾ ਹੈਗਾ ਕਿ ਬਹੁਤ ਥੋੜੇ ਲੋਕ ਹੈਗੇ ਨੇ, ਠੀਕ ਹੈ, ਜਿਨ੍ਹਾਂ ਨੂੰ ਕੰਡਕਟਰਸ ਵਰਗੀ ਔਖੀ ਜੌਬ ਕਰਨੀ ਪੈਂਦੀ ਹੈਗੀ। ਕੰਡਕਟਰਸ ਦੀ ਜੌਬ ਬਹੁਤ ਔਖੀ ਹੈਗੀ, ਇਸ ਲਈ ਮੈਂ ਹਮੇਸ਼ਾ ਸੈਲਿਊਟ ਕਰਦਾ ਸਾਰੇ ਕੰਡਕਟਰਸ ਨੂੰ। Here or there you will meet an unpleasant specimen who regards the passengers as his natural enemies।
ਹੈਗੇ ਨੇ ਬਹੁਤ ਸਾਰੇ ਕੰਡਕਟਰਸ ਹੀਅਰ ਐਂਡ ਦੇਅਰ। ਤੁਹਾਨੂੰ ਇਦਾਂ ਦੇ ਕੰਡਕਟਰ ਮਿਲਣਗੇ ਅਨਪਲੇਜ਼ੈਂਟ, ਜਿਹੜੇ ਨਾ ਖੁਸ਼ ਹੁੰਦੇ ਨੇ ਆਪਣੀ ਨੌਕਰੀ ਤੋਂ, ਤੇ ਜਿਨ੍ਹਾਂ ਨੂੰ ਪੈਸੇਂਜਰਸ ਆਪਣੇ ਦੁਸ਼ਮਣ ਲੱਗਦੇ ਨੇ। ਐਜ਼ ਕ੍ਰੀਚਰਸ whose chief purpose on the bus is to cheat him, ਤੇ ਉਹ ਸਮਝਦੇ ਨੇਗੇ ਕਿ ਪੈਸੇਂਜਰ ਜਿਹੜੇ ਨੇ ਉਹਨਾਂ ਦਾ ਇੱਕੋ ਇੱਕ ਕੰਮ ਹੈਗਾ ਉਹਨੂੰ ਚੀਟ ਕਰਨਾ। who can only be kept reasonably honest by a loud voice and aggressive manner, ਤੇ ਇਹਨਾਂ ਪੈਸੇਂਜਰਸ ਨੂੰ ਸਹੀ ਰੱਖਣ ਦੇ ਲਈ ਉੱਚੀ ਆਵਾਜ਼ ਦੇ ਵਿੱਚ ਬੋਲਣਾ ਤੇ ਗੁੱਸੇ ਦੇ ਨਾਲ ਬੋਲਣਾ ਜ਼ਰੂਰੀ ਹੈ। ਬਟ ਦਿਸ ਟਾਈਪ ਇਜ਼ ਰੇਅਰਰ ਦੈਨ ਇਟ ਯੂਜ਼ ਟੂ ਬੀ, ਪਰ ਇੱਦਾਂ ਦੀ ਟਾਈਪ ਰੇਅਰ ਹੁੰਦੀ ਹੈ, ਰੇਅਰਰ ਹੈ, ਜਿਸ ਦੇ ਬਾਰੇ 'ਚ ਮੈਂ ਗੱਲ ਕਰ ਰਹੀ ਹਾਂ। I fancy the public owes much to the underground railway company which also runs the buses. ਮੈਨੂੰ ਲੱਗਦਾ ਹੈਗਾ ਕਿ ਪਬਲਿਕ ਨੂੰ ਅੰਡਰਗਰਾਊਂਡ ਰੇਲਵੇ ਕੰਪਨੀ ਦਾ ਕਾਫੀ ਸਹਾਰਾ ਹੈਗਾ, ਜੋ ਕਿ ਬੱਸਿਸ ਵੀ ਚਲਾਉਂਦੀਆਂ ਨੇ, for insisting on a certain standard of civility in its servants and taking care that the standard is observed. ਤੇ ਇਹ ਜਿਹੜੀ ਅੰਡਰਗਰਾਊਂਡ ਰੇਲਵੇ ਕੰਪਨੀ ਹੈ ਜੋ ਬੱਸਿਸ ਵੀ ਚਲਾਉਂਦੇ ਨੇਗੇ, ਇਹਨਾਂ ਨੇ ਇੱਕ ਸਰਟਨ ਸਟੈਂਡਰਡ ਆਫ ਸਿਵਿਲਿਟੀ ਮੇਨਟੇਨ ਕੀਤਾ ਹੋਇਆ ਹੈਗਾ, ਠੀਕ ਹੈ, ਔਰ ਇਹ ਹਮੇਸ਼ਾ ਕੋਸ਼ਿਸ਼ ਕਰਦੇ ਨੇਗੇ ਕਿ ਸਟੈਂਡਰਡ ਮੇਨਟੇਨ ਰਹੇ। ਇਨ ਡੂਇੰਗ ਦਿਸ ਇਟ ਨਾਟ ਓਨਲੀ ਮੇਕਸ ਥਿੰਗਸ ਪਲੇਜ਼ੈਂਟ ਫॉर ਦ ਟਰੈਵਲਿੰਗ, ਕਿਉਂਕਿ ਜਦੋਂ ਉਹ ਇੱਕ ਸਟੈਂਡਰਡ ਮੇਨਟੇਨ ਰੱਖਦੇ ਨੇ ਆਪਣੇ ਸਰਵੈਂਟਸ ਦਾ, ਤਾਂ ਉਹਦੇ ਨਾਲ ਇੱਕ ਤਾਂ ਟਰੈਵਲਿੰਗ ਪਲੇਜ਼ੈਂਟ ਹੋ ਜਾਂਦੀ ਹੈਗੀ, ਬਟ ਪਰਫਾਰਮਸ ਐਨ ਇੰਪੋਰਟੈਂਟ ਸੋਸ਼ਲ ਸਰਵਿਸ, ਇਹਦੇ ਨਾਲ ਉਹ ਸਮਾਜ ਦੀ ਸੇਵਾ ਵੀ ਕਰ ਰਹੇ ਨੇ। It is not therefore with any feeling of unfriendliness to conductors as a class that I pay tribute to a particular member of that class. ਮੈਨੂੰ ਕੋਈ ਕੰਡਕਟਰਸ ਦੇ ਨਾਲ ਅਨਫਰੈਂਡਲੀ ਫੀਲਿੰਗ ਨਹੀਂ ਹੈਗੀ, ਮੈਂ ਸਾਰੇ ਕੰਡਕਟਰਸ ਨੂੰ ਬਹੁਤ ਵਧੀਆ ਮੰਨਦਾ ਗਾ, ਤੇ ਇੱਕ ਕੰਡਕਟਰ ਨੂੰ ਮੈਂ ਖਾਸ ਕਰਕੇ ਟ੍ਰਿਬਿਊਟ ਦੇਣਾ ਚਾਹੁੰਦਾ ਗਾ। I first became conscious of his existence one day when I jumped onto a bus and found that I had left home without any money in my pocket. ਪਹਿਲੀ ਵਾਰ ਮੈਨੂੰ ਉਸ ਕੰਡਕਟਰ ਦੇ ਬੱਸ ਦੇ ਉੱਪਰ ਹੋਣ ਦਾ ਅਹਿਸਾਸ ਉਸ ਦਿਨ ਹੋਇਆ ਜਦੋਂ ਮੈਂ ਇੱਕ ਦਿਨ ਦੌੜ ਕੇ ਬੱਸ ਚੜ੍ਹਿਆ, ਤੇ ਬੱਸ ਚੜ੍ਹ ਕੇ ਮੈਨੂੰ ਮਹਿਸੂਸ ਹੋਇਆ, ਮੈਂ ਫੀਲ ਕੀਤਾ ਕਿ ਮੈਂ ਤਾਂ ਆਪਣਾ ਜਿਹੜਾ ਵਾਲੇਟ ਹੈ, ਆਪਣਾ ਜੋ ਪੈਸੇ ਹੈਗੇ ਨੇਗੇ, ਉਹ ਲੈ ਕੇ ਨਹੀਂ ਆਇਆ, ਆਪਣਾ ਵਾਲੇਟ ਹੀ ਘਰ ਛੱਡ ਆਇਆ। Everyone has had the experience and knows the feeling. ਇਹ ਐਕਸਪੀਰੀਅੰਸ ਤਕਰੀਬਨ ਸਭ ਨੂੰ ਹੋਇਆ ਹੁੰਦਾ ਹੈਗਾ, ਔਰ ਫੀਲਿੰਗ ਵੀ ਸਾਰਿਆਂ ਨੂੰ ਪਤਾ ਹੁੰਦੀ ਹੈਗੀ, the mixed feeling which the discovery arouses. ਇੱਕਦਮ ਜਦੋਂ ਤੁਸੀਂ ਆਪਣੀ ਜੇਬ ਦੇ ਵਿੱਚ ਜਾਂ ਬੈਗ ਦੇ ਵਿੱਚ ਹੱਥ ਮਾਰਦੇ ਹੋ ਐਂਡ ਯੂ ਫੀਲ ਦੈਟ ਪਰਸ ਇਜ਼ ਨੋਟ ਦੇਅਰ, ਵਾਲਟ ਇਜ਼ ਨੋਟ ਦੇਅਰ, ਇੱਦਾਂ ਦੀ ਫੀਲਿੰਗ ਆਉਂਦੀ ਹੈ। ਯੂ ਆਰ ਐਨੋਇਡ, ਤੁਹਾਨੂੰ ਗੁੱਸਾ ਆਉਂਦਾ ਆਪਣੇ ਆਪ 'ਤੇ, ਬਿਕੋਜ਼ ਯੂ ਲੁੱਕ ਲਾਈਕ ਅ ਫੂਲ, ਕਿਉਂਕਿ ਤੁਸੀਂ ਇੱਕ ਮੂਰਖ ਦਿਖਾਈ ਦਿੰਦੇ ਹੋ। ਦੇਖਣ ਵਾਲਾ ਤਾਂ ਇਹੀ ਸੋਚੇਗਾ ਨਾ, ਮੂਰਖ ਹੈ, ਬੱਸ ਦੇ ਵਿੱਚ ਚੜ੍ਹਿਆ ਤੇ ਪੈਸੇ ਲੈ ਕੇ ਨਹੀਂ ਆਇਆ, ਲਾਈਕ ਅ ਨੇਵ ਐਟ ਦ ਵਰਸਟ। ਔਰ ਸਭ ਤੋਂ ਵੱਡੀ ਗੱਲ, ਤੁਹਾਨੂੰ ਇਹ ਲੱਗਦਾ ਹੈਗਾ ਕਿ ਤੁਸੀਂ ਇੱਕ ਚੀਟਰ ਹੋ। You would not be at all surprised if the conductor eyed you coldly as much as to say, ਔਰ ਇਸ ਗੱਲ ਦੇ ਵਿੱਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਕੰਡਕਟਰ ਤੁਹਾਨੂੰ ਬੜੇ ਰੁੱਖੇ ਤਰੀਕੇ ਨਾਲ ਦੇਖੇ ਤੇ ਕਹੇ, ਯੈਸ ਆਈ ਨੋ ਦੈਟ ਸਟੀਲ ਓਲਡ ਟ੍ਰਿਕ, ਨਾਓ ਦੈਨ ਆਫ ਯੂ ਗੈਟ। ਤਾਂ ਜ਼ਰੂਰ ਜਦੋਂ ਤੁਸੀਂ ਇਹ ਕਹੋਗੇ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ, ਤੁਸੀਂ ਟਿਕਟ ਲੈ ਲਓਗੇ, ਤੁਸੀਂ ਕਹੋਗੇ ਮੇਰੇ ਕੋਲ ਪੈਸੇ ਨਹੀਂ, ਤਾਂ ਕੰਡਕਟਰ ਇਹਦੇ ਵਿੱਚ ਤਾਂ ਕੋਈ ਹੈਰਾਨੀ ਹੈ ਹੀ ਨਹੀਂ ਨਾ, ਕਿ ਤੁਹਾਨੂੰ ਕੋਲਡਲੀ ਗੁੱਸੇ ਦੇ ਨਾਲ ਦੇਖੇਗਾ ਤੇ ਕਹੇਗਾ, ਹਾਂ ਬੜਾ ਪੁਰਾਣਾ ਟ੍ਰਿਕ ਹੈ ਇਹ, ਸਟੀਲ ਓਲਡ ਟ੍ਰਿਕ, ਪੁਰਾਣਾ ਟ੍ਰਿਕ ਹੈ ਇਹ, ਚਲ ਹੁਣ ਨੀਚੇ ਉਤਰ। And even if the conductor is a good fellow and lets you down easily, you are faced with the necessity of going back. ਤੇ ਜੇ ਕੰਡਕਟਰ ਚੰਗਾ ਹੋਵੇ, ਪਹਿਲੀ ਗੱਲ ਤਾਂ ਕੰਡਕਟਰ ਤੁਹਾਨੂੰ ਬੇਇੱਜ਼ਤੀ ਕਰਕੇ ਕੱਢੇਗਾ ਉੱਥੋਂ, ਇਸ ਤਰੀਕੇ ਨਾਲ ਬੋਲੇਗਾ ਕਿ ਤੁਸੀਂ ਇਨਸਲਟ ਫੀਲ ਕਰੋਗੇ। ਤੇ ਜੇ ਕੰਡਕਟਰ ਚੰਗਾ ਹੋਵੇ, ਤੁਹਾਨੂੰ ਬੜੇ ਆਰਾਮ ਨਾਲ ਉੱਤਰ ਜਾਣ ਦੇਵੇ, ਫਿਰ ਵੀ ਤੁਹਾਨੂੰ ਗੁੱਸਾ ਆਉਂਦਾ, ਕਿਉਂ? ਤੁਹਾਨੂੰ ਵਾਪਸ ਜਾਣਾ ਪੈਂਦਾ ਹੈਗਾ, ਇਨਕਨਵੀਨੀਅੰਸ, ਇਹਦੇ ਵਿੱਚ ਅਸੁਵਿਧਾ ਹੁੰਦੀ ਹੈਗੀ। ਪਰਹੈਪਸ ਮਿਸਿੰਗ ਯੂਅਰ ਟ੍ਰੇਨ ਔਰ ਯੂਅਰ ਇੰਗੇਜਮੈਂਟ, ਹੋ ਸਕਦਾ ਤੁਹਾਡੀ ਟ੍ਰੇਨ ਮਿਸ ਹੋ ਜਾਵੇ, ਜਾਂ ਜਿੱਥੇ ਤੁਸੀਂ ਪਹੁੰਚਣਾ ਸੀ ਸਹੀ ਸਮੇਂ 'ਤੇ ਕਿਸੇ ਬੰਦੇ ਦੇ ਕੋਲੇ, ਉਹ ਵੀ ਤੁਹਾਡਾ ਮਿਸ ਹੋ ਜਾਵੇ। Having searched my pockets in vain for stray coppers and having found I was utterly penniless, I told the conductor with an honest face as I could assume that I couldn't pay the fare and must go back for money. ਹੁਣ ਅੱਜ ਕੀ ਹੋਇਆ, ਮੈਂ ਜੇਬਾਂ ਦੇ ਵਿੱਚ ਹੱਥ ਮਾਰਿਆ, ਠੀਕ ਹੈ, ਪਰ ਮੈਂ ਵੇਨ ਹੁੰਦਾ ਬੇਟੇ ਅਸਫਲ, ਅਨਸਕਸੈਸਫੁਲ, ਮੇਰੀ ਸਰਚ ਅਨਸਕਸੈਸਫੁਲ ਸੀ। ਮੈਂ ਕੁਛ ਕਾਪਰਸ ਬੇਟੇ ਕੋਇਨਸ, ਮੈਂ ਕੋਇਨਸ ਲੱਭ ਰਿਹਾ ਸੀਗਾ ਜੇਬਾਂ ਦੇ ਵਿੱਚ, ਤੇ ਜਦੋਂ ਮੈਨੂੰ ਲੱਗਿਆ ਕਿ ਆਮ ਅਟਰਲੀ ਪੈਨੀਲੈਸ, ਇੱਕ ਪੈਸਾ ਵੀ ਨਹੀਂ ਹੈਗਾ ਮੇਰੇ ਕੋਲੇ, ਤਾਂ ਮੈਂ ਕੰਡਕਟਰ ਨੂੰ ਦੱਸਿਆ ਬੜੇ ਓਨੈਸਟ ਫੇਸ ਦੇ ਨਾਲ, ਜਿੰਨਾ ਭੋਲਾ ਭਾਲਾ ਚਿਹਰਾ ਮੈਂ ਬਣਾ ਸਕਦਾ ਸੀਗਾ। ਮੈਂ ਕਿਹਾ ਕਿ ਮੈਂ ਕਿਰਾਇਆ ਨਹੀਂ ਦੇ ਸਕਦਾ ਤੇ ਮੈਨੂੰ ਵਾਪਸ ਜਾਣਾ ਪਏਗਾ, ਮੈਨੂੰ ਉਤਾਰ ਦਿਓ। Oh, you need not get off, that's all right, said he. ਔਰ ਇਹ ਕੰਡਕਟਰ ਇੱਦਾਂ ਦਾ ਸੀ, ਕਹਿੰਦਾ ਕੋਈ ਗੱਲ ਨਹੀਂ, ਉਤਰਨ ਦੀ ਕੋਈ ਜ਼ਰੂਰਤ ਨਹੀਂ ਹੈਗੀ, ਠੀਕ ਹੈ, all right, but I haven't a copper on me. ਕਹਿੰਦਾ, ਮੈਂ ਕਿਹਾ ਕਿ ਠੀਕ ਹੈ, ਪਰ ਮੇਰੇ ਕੋਲ ਤਾਂ ਇੱਕ ਸਿੱਕਾ ਵੀ ਨਹੀਂ ਹੈਗਾ।
Oh, I will book you through, he replied. कहना कोई गल नहीं, मैं तेरी टिकट कट देनागा. Where do you want to go? तो जाना किथे है? He handed me a ticket for anywhere from the bank to Hong Kong. ਤੇ ਉਹਨੇ ਮੈਨੂੰ ਟਿਕਟ ਦੇਤਾ, ਮੈਂ ਕਿਉਂਕਿ ਮੈਂ ਹਾਂਗਕਾਂਗ ਦੇ ਵਿੱਚ ਸੀਗਾ. I said it was very kind of him. ਤੇ ਮੈਂ ਉਹਨੂੰ ਕਿਹਾ it's so kind of you. Told him where I wanted to go. ਮੈਂ ਉਹਨੂੰ ਦੱਸਿਆ ਕਿ ਮੈਂ ਜਿੱਥੇ ਜਾਣਾ ਹੈਗਾ. As he gave me the ticket, I said, but where shall I send the fare? ਤੇ ਉਹਨੇ ਮੈਨੂੰ ਟਿਕਟ ਦੇਤੀ ਤੇ ਮੈਂ ਉਹਨੂੰ ਪੁੱਛਿਆ ਕਿ ਮੈਂ ਤੁਹਾਨੂੰ ਹੁਣ ਕਿਰਾਇਆ ਕਿੱਥੇ ਦੇਵਾਂ. Oh, you will see me someday, all right, he said cheerfully as he turned to go. ਉਹਨੇ ਬੜੀ ਖੁਸ਼ੀ ਨਾਲ ਕਿਹਾ ਕੋਈ ਗੱਲ ਨਹੀਂ, ਕਹਿੰਦਾ someday, all right, you will see me. ਤੂੰ ਮੈਨੂੰ ਕਿਸੇ ਨਾ ਕਿਸੇ ਦਿਨ ਬੱਸ ਤੇ ਹੀ ਮਿਲ ਜਾਏਗਾ. ਮਤਲਬ ਕੀ ਹੈਗਾ, ਕੋਈ ਮੇਰੀ ਜਗ੍ਹਾ ਨਹੀਂ ਹੈ. ਮਤਲਬ ਕੀ ਕਹਿੰਦਾ ਮੈਂ ਤੁਹਾਨੂੰ ਪੁੱਛ ਰਿਹਾ ਸੀਗਾ ਕਿ ਫਿਰ ਕਿਰਾਇਆ ਤੁਹਾਨੂੰ ਕਿੱਥੇ ਦੇਵਾਂ ਮੈਂ. ਠੀਕ ਹੈ, ਉਹ ਕਹਿੰਦਾ ਕੋਈ ਗੱਲ ਨਹੀਂ, ਕੋਈ ਜ਼ਰੂਰਤ ਨਹੀਂ, ਕਿਸੇ ਨਾ ਕਿਸੇ ਦਿਨ ਆਪਾਂ ਇਕੱਠੇ ਹੋ ਜਾਵਾਂਗੇ. And then luckily my fingers still wandering in the corners of my pockets lighted on a shilling and my account was squared. ਤੇ luckily ਕਿਉਂਕਿ ਉਂਗਲਾਂ ਮੇਰੀਆਂ ਹਾਲੇ ਵੀ ਪਾਕਟਸ ਦੇ ਕਾਰਨਰਸ ਦੇ ਵਿੱਚ ਘੁੰਮ ਰਹੀਆਂ ਸੀਗੀਆਂ, ਹਾਲੇ ਵੀ ਮੈਂ ਕੋਸ਼ਿਸ਼ ਕਰ ਰਿਹਾ ਸੀ ਕਿ ਲੱਭ ਲਵਾਂ. ਅਚਾਨਕ ਮੈਨੂੰ ਇੱਕ ਸ਼ੀਲਿੰਗ ਲੱਭ ਗਿਆ ਤੇ ਮੇਰਾ ਅਕਾਊਂਟ ਉੱਥੇ ਹੀ ਸੈਟਲ ਹੋ ਗਿਆ. ਮੈਂ ਉਹਨੂੰ ਪੈਸੇ ਦੇ ਦਿੱਤੇ. But that fact didn't lessen the glow of pleasure which so good natured an action had given me. ਪਰ ਇਸ ਦੇ ਨਾਲ ਮੈਂ ਪੈਸੇ ਦੇਤੇ, ਪਰ ਇਹਦੇ ਨਾਲ ਇਹ ਮਤਲਬ ਨਹੀਂ ਹੈਗਾ ਕਿ ਜੋ ਮੈਨੂੰ ਖੁਸ਼ੀ ਹੋਈ ਸੀ ਨਾ ਉਹਦੇ ਗੁੱਡ ਨੇਚਰ ਦੇ ਨਾਲ, ਜੋ ਉਹਦੇ ਗੁੱਡ ਨੇਚਰਡ ਐਕਸ਼ਨ ਦੇ ਨਾਲ ਮੈਨੂੰ ਖੁਸ਼ੀ ਹੋਈ ਸੀ, ਉਹ ਖੁਸ਼ੀ ਮੇਰੀ ਘਟੀ ਨਹੀਂ. ਮੈਨੂੰ ਫਿਰ ਵੀ ਉਹਦੇ ਉੱਪਰ ਉਨੀ ਹੋਈ ਤਸੱਲੀ ਰਹੀ, ਮੈਨੂੰ ਉਹ ਵਧੀਆ ਲੱਗਦਾ ਰਿਹਾ. A few days after my most sensitive toe was trampled on rather heavily as I sat reading on the top of a bus. ਫਿਰ ਕੁਝ ਦਿਨ ਬਾਅਦ ਕੀ ਹੋਇਆ, ਮੇਰੇ ਪੈਰ ਦੀ ਇੱਕ ਉਂਗਲ ਕਾਫੀ ਸੈਂਸਿਟਿਵ ਹੈ, ਉਹ ਉਂਗਲ ਪਹਿਲਾਂ ਹੀ ਹੋ ਸਕਦਾ ਦਰਦ ਹੁੰਦਾ ਹੋਵੇ ਉਹਦੇ ਵਿੱਚ ਬੇਟੇ, ਤਾਂ ਉਹ ਜਿਹੜੇ ਸੀ ਬੜੀ ਜ਼ੋਰ ਦੀ ਕਿਸੇ ਨੇ ਮਸਲ ਦਿੱਤੀ. ਜਦੋਂ ਮੈਂ ਬੱਸ ਦੇ ਵਿੱਚ ਬੈਠਾ ਕੁਝ ਪੜ੍ਹ ਰਿਹਾ ਸੀ, ਮੇਰਾ ਧਿਆਨ ਆਪਣੀ ਬੁੱਕ ਦੇ ਵਿੱਚ ਸੀਗਾ, ਮੇਰਾ ਧਿਆਨ ਹੀ ਨਹੀਂ ਸੀਗਾ. ਮੇਰੇ ਪੈਰ ਦੇ ਉੱਪਰ ਕਿਸੇ ਨੇ ਪੈਰ ਰੱਖਿਆ ਤੇ ਮੇਰੀ ਉਂਗਲ ਮਿੱਧੀ ਗਈ. ਟਰੈਂਪਲ ਹੁੰਦਾ ਬੇਟੇ, ਮਸਲਿਆ ਜਾਣਾ. I looked up with some anger. ਮੈਂ ਗੁੱਸੇ ਨਾਲ ਉੱਪਰ ਨੂੰ ਦੇਖਿਆ, ਥੋੜਾ ਜਿਹਾ ਮੈਨੂੰ ਗੁੱਸਾ ਆਇਆ. And more agony, ਤਕਲੀਫ ਵੀ ਹੋਈ ਨਾ ਮੈਨੂੰ. Saw my friend of the cheerful countenance. और मैं पहचान लिया, ये तो मेरा वही दोस्त कंडक्टर हैगा. Sorry sir, he said. ਅਤੇ ਉਹਨੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਬੋਲਾਂ ਉਹਨੇ ਕਿਹਾ, ਕਹਿੰਦਾ ਸੌਰੀ ਸਰ, ਆਈ ਨੋ ਦੀਜ਼ ਆਰ ਹੈਵੀ ਬੂਟਸ. ਮੈਨੂੰ ਪਤਾ ਸਰ ਮੇਰੇ ਬੂਟ ਬਹੁਤ ਹੈਵੀ ਨੇਗੇ. ਗॉट them because my own feet get trod on so much and now. ਕਹਿੰਦਾ ਮੈਂ ਇਹ ਹੈਵੀ ਬੂਟ ਤਾਂ ਪਾਉਂਦਾ ਹੈਗਾ ਕਿਉਂਕਿ ਮੇਰੀਆਂ ਉਂਗਲਾਂ ਬੜੇ ਵਾਰੀ ਮਿੱਧੀਆਂ ਜਾਂਦੀਆਂ ਨੇਗੀਆਂ ਜਦੋਂ ਲੋਕ ਬੱਸ ਦੇ ਵਿੱਚ ਚੜ੍ਹਦੇ ਜਾਂ ਉਤਰਦੇ ਨੇ. Now I'm treading on other people's. ਪਰ ਹੁਣ ਕੀ ਕਰਾਂ, ਭਾਰੀ ਬੂਟ ਪਾਏ ਨੇ, ਹੁਣ ਮੇਰੇ ਪੈਰ ਤਾਂ ਬਚ ਰਹਿੰਦੇ ਨੇਗੇ, ਪਰ ਮੇਰੇ ਸ਼ੂਜ਼ ਦੇ ਨਾਲ ਦੂਜੇ ਲੋਕਾਂ ਦੀਆਂ ਪੈਰਾਂ ਉਂਗਲਾਂ ਮਿੱਧੀਆਂ ਜਾਂਦੀਆਂ ਨੇ. Hope I didn't hurt you, sir. ਸਰ ਮੈਨੂੰ ਲੱਗਦਾ ਮੈਂ ਜ਼ਿਆਦਾ ਤਕਲੀਫ ਨਹੀਂ ਪਹੁੰਚਾਈ ਤੁਹਾਨੂੰ. He had hurt me. ਮੈਨੂੰ ਤਕਲੀਫ ਤਾਂ ਬਹੁਤ ਹੋਈ ਸੀ, but he was so nice about it. ਪਰ ਉਹਨੇ ਇੰਨੇ ਵਧੀਆ ਤਰੀਕੇ ਨਾਲ ਗੱਲ ਐਕਸਪਲੇਨ ਕੀਤੀ ਸੀ that I assured him he hadn't. ਮੈਂ ਉਹਨੂੰ ਯਕੀਨ ਦਿਵਾਇਆ ਕਿ ਨਹੀਂ ਮੈਨੂੰ ਕੋਈ ਤਕਲੀਫ ਨਹੀਂ ਹੋਈ. ਇਟ ਆਲਵੇਜ਼ ਹੈਪਨ ਬੇਟੇ, ਅਗਰ ਕੋਈ ਆਪਾਂ ਨੂੰ ਤਕਲੀਫ ਪਹੁੰਚਾਉਂਦਾ ਹੈਗਾ, ਅੱਗੋਂ ਅਗਲਾ ਸੌਰੀ ਕਹਿ ਕੇ ਠੀਕ ਹੈ ਆਪਾਂ ਨੂੰ ਕੰਸੋਲ ਕਰਦਾ ਹੈ, ਤਾਂ ਜੇ ਆਪਾਂ ਨੂੰ ਤਕਲੀਫ ਹੋਈ ਵੀ ਹੁੰਦੀ ਹੈ ਨਾ, ਆਪਾਂ ਬੇਟੇ ਉਹਨੂੰ ਮਾਈਂਡ ਨਹੀਂ ਕਰਦੇ ਹੈਗੇ. ਠੀਕ ਹੈ, ਆਪਾਂ ਮਾਫ ਕਰ ਦਿੰਦੇ ਹਾਂ ਅਗਲੇ ਨੂੰ. ਇਸ ਦੇ ਉਲਟ ਆਪਾਂ ਨੂੰ ਕੋਈ ਤਕਲੀਫ ਪਹੁੰਚਾਵੇ, ਅੱਗੋਂ ਸੌਰੀ ਵੀ ਨਾ ਕਹੇ, ਫਿਰ ਆਪਾਂ ਨੂੰ ਗੁੱਸਾ ਵੱਧ ਆਉਂਦਾ ਹੈਗਾ. ਫਿਰ ਇਹ ਵੀ ਹੁੰਦਾ ਕਿ ਆਪਾਂ ਵੱਟ ਕੇ ਅਗਲੇ ਦੇ ਮਾਰੀਏ. ਠੀਕ ਹੈ, ਸੋ ਦਿਸ ਇਜ਼ ਬੇਟਾ ਲਿਟਲ ਕਰਟਸੀਜ਼. ਇਸੇ ਨੂੰ ਕਿਹਾ ਜਾਂਦਾ ਛੋਟੀਆਂ ਛੋਟੀਆਂ ਗੱਲਾਂ, ਸੌਰੀ, ਥੈਂਕ ਯੂ, ਇਹ ਵਾਲੇ ਵਰਡਸ ਯੂਜ਼ ਕਰਦੇ. After this I began to observe him whenever I boarded his bus. ਉਸ ਤੋਂ ਬਾਅਦ ਮੈਂ ਜਦੋਂ ਵੀ ਉਹਦੀ ਬੱਸ ਦੇ ਵਿੱਚ ਚੜ੍ਹਦਾ ਮੈਂ ਉਹਨੂੰ ਨੋਟਿਸ ਕਰਦਾ, ਮੈਂ ਉਹਨੂੰ ਦੇਖਦਾ ਰਹਿੰਦਾ ਕਿ ਉਹ ਕੀ ਕਰਦਾ. And found a curious pleasure in the constant good nature of his bearing. ਤੇ ਮੈਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਸੀਗੀ ਕਿਉਂਕਿ ਲਗਾਤਾਰ ਉਹਦਾ ਜੋ ਕੰਡਕਟ ਸੀ ਲੋਕਾਂ ਦੇ ਨਾਲ, ਉਹਦੇ ਵਿੱਚੋਂ ਉਹਦੀ ਗੁੱਡ ਨੇਚਰ ਸ਼ੋ ਹੁੰਦੀ ਰਹਿੰਦੀ ਸੀ. He seemed to have an inexhaustible fund of patience. ਲੱਗਦਾ ਸੀਗਾ ਉਹਦੇ 'ਚ ਬਹੁਤ ਜ਼ਿਆਦਾ ਸਬਰ ਹੈ, ਬਹੁਤ ਜ਼ਿਆਦਾ ਪੇਸ਼ੈਂਸ ਹੈ. ਇਨਐਗਜ਼ੌਸਟਿਬਲ ਬੇਟੇ, ਐਗਜ਼ੌਸਟਿਬਲ ਹੁੰਦਾ ਜਿਹੜਾ ਖਤਮ ਹੋ ਜਾਵੇ, ਇਨਐਗਜ਼ੌਸਟਿਬਲ ਜਿਹੜਾ ਕਦੇ ਵੀ ਖਤਮ ਨਹੀਂ ਹੁੰਦਾ. ਐਂਡ ਅ ਗਿਫਟ ਆਫ ਮੇਕਿੰਗ ਹਿਜ਼ ਪੈਸੇਂਜਰਸ ਕੰਫਰਟੇਬਲ. ਉਹਦੇ ਕੋਲ ਇੱਕ ਤੋਹਫਾ ਸੀ ਪਰਮਾਤਮਾ ਦਾ ਦਿੱਤਾ ਹੋਇਆ, ਤੇ ਉਹ ਤੋਹਫਾ ਸੀਗਾ ਆਪਣੇ ਪੈਸੇਂਜਰਸ ਨੂੰ ਕੰਫਰਟੇਬਲ ਫੀਲ ਕਰਾਉਣਾ. I noticed that if it was raining, he would run up the stairs to give someone the tip that there was room inside. ਮੈਂ ਨੋਟਿਸ ਕੀਤਾ ਕਿ ਜਦੋਂ ਬਾਰਿਸ਼ ਹੋ ਰਹੀ ਹੁੰਦੀ ਨਾ ਤਾਂ ਉਹ ਦੌੜ ਕੇ ਪੌੜੀਆਂ ਉੱਪਰ ਚੜ੍ਹਦਾ ਤੇ ਕਿਸੇ ਨਾ ਕਿਸੇ ਨੂੰ ਕਹਿ ਕੇ ਆਉਂਦਾ ਕਿ ਨੀਚੇ ਆ ਜਾਓ, ਅੰਦਰ ਜਗ੍ਹਾ ਹੈਗੀ ਹੈ. With old people he was as considerate as the sun.
ਬਜ਼ੁਰਗਾਂ ਦੇ ਲਈ ਉਹ ਇੱਕ ਬੇਟੇ ਦੀ ਤਰ੍ਹਾਂ ਬਿਹੇਵ ਕਰਦਾ ਸੀ, ਵਿਦ ਚਿਲਡਰਨ ਐਜ਼ ਸੋਲਿਸਟੀਅਸ ਐਜ਼ ਅ ਫਾਦਰ, ਤੇ ਬੱਚਿਆਂ ਦੇ ਲਈ ਉਹ ਇੱਕ ਫਾਦਰ ਦੀ ਤਰ੍ਹਾਂ ਬਿਹੇਵ ਕਰਦਾ ਸੀ। He had evidently a particularly warm place in his heart for young people. ਨੌਜਵਾਨਾਂ ਦੇ ਲਈ ਸਪੈਸ਼ਲੀ ਉਹਦੇ ਅੰਦਰ ਬੜਾ ਨਿੱਘ ਸੀਗਾ, ਐਂਡ ਆਲਵੇਜ਼ ਇੰਡਲਜਡ ਇਨ ਸਮ ਮੈਰੀ ਜੈਸਟ ਵਿਦ them, ਤੇ ਉਹਨਾਂ ਦੇ ਨਾਲ ਉਹ ਕੋਈ ਨਾ ਕੋਈ ਮਜ਼ਾਕ ਕਰਦਾ ਰਹਿੰਦਾ ਸੀ। If he had a blind man on board, it was not enough to set him down safely on the pavement. ਜੇ ਕੋਈ ਬਲਾਈਂਡ ਮੈਨ, ਜੇ ਕੋਈ ਅੰਨਾ ਆਦਮੀ ਉਹਦੇ ਬੱਸ ਦੇ ਵਿੱਚ ਚੜਿਆ ਹੁੰਦਾ ਤਾਂ ਇੰਨਾ ਕਾਫੀ ਨਹੀਂ ਸੀਗਾ ਕਿ ਉਹ ਉਹਨੂੰ ਬੜੇ ਪਿਆਰ ਨਾਲ ਨੀਚੇ ਉਤਾਰਦਾ, ਸਗੋਂ ਇਸ ਤੋਂ ਵੀ ਉਹ ਜ਼ਿਆਦਾ ਕਰਦਾ ਸੀ। ਕੀ ਕਰਦਾ ਸੀ? ਹੀ ਵੁੱਡ ਕਾਲ ਟੂ ਬਿਲ ਇਨ ਦਾ ਫਰੰਟ ਟੂ ਵੇਟ। ਉਹ ਡਰਾਈਵਰ ਨੂੰ, ਬਿਲ ਬੇਟੇ ਡਰਾਈਵਰ ਦਾ ਨਾਮ ਹੈਗਾ, ਫਰੰਟ ਤੇ ਬੈਠੇ ਡਰਾਈਵਰ ਨੂੰ ਉਹ ਆਵਾਜ਼ ਦਿੰਦਾ ਕਿ ਤੂੰ ਵੇਟ ਕਰ, ਵਾਈ ਹੀ ਟੁਕ ਹਿਮ ਅਕ੍ਰੋਸ ਦਾ ਰੋਡ, ਤੇ ਉਸ ਬਲਾਈਂਡ ਆਦਮੀ ਨੂੰ ਉਹ ਉਤਾਰ ਕੇ ਬੱਸ ਤੋਂ ਸੜਕ ਪਾਰ ਕਰਵਾ ਕੇ ਆਉਂਦਾ ਔਰ ਰਾਉਂਡ ਦਾ ਕਾਰਨਰ ਜਾਂ ਉਹਨੂੰ ਕਾਰਨਰ ਤੱਕ ਛੱਡ ਕੇ ਆਉਂਦਾ, ਔਰ ਅਦਰਵਾਈਜ਼ ਸੇਫਲੀ ਔਨ ਹਿਜ਼ ਵੇ, ਜਾਂ ਜਿੱਥੇ ਵੀ ਉਹਨੇ ਜਾਣਾ ਹੁੰਦਾ, ਜਿਸ ਰਸਤੇ ਤੇ ਉਹਨੇ ਜਾਣਾ ਹੁੰਦਾ ਉਸ ਰਸਤੇ ਤੇ ਸੜਕ ਦੇ ਉੱਪਰ ਉਹਨੂੰ ਪਾ ਕੇ ਆਉਂਦਾ। In short, I found that he irradiated such an atmosphere of good temper and kindliness that a journey with him was a lesson in natural courtesy and good manners. In short, मैं ਇਹ ਮਹਿਸੂਸ ਕੀਤਾ ਕਿ ਉਹ ਆਦਮੀ ਗੁੱਡ ਟੈਂਪਰ ਤੇ ਕਾਈਂਡਲੀਨੈਸ ਦਾ ਅਜਿਹਾ ਇੱਕ ਐਟਮੋਸਫੀਅਰ, ਵਾਤਾਵਰਨ ਆਪਣੇ ਆਲੇ ਦੁਆਲੇ ਬਣਾ ਕੇ ਰੱਖਦਾ। ਰੇਡੀਏਟ ਹੁੰਦਾ ਹੈਗਾ ਬੇਟੇ, ਰੋਸ਼ਨਾ ਦੇਣਾ, ਆਲੇ ਦੁਆਲੇ ਰੋਸ਼ਨੀ ਕਰ ਦੇਣਾ, ਠੀਕ ਹੈ, ਰੇਡੀਅੰਸ ਜਿਹਨੂੰ ਆਪਾਂ ਕਹਿੰਦੇ ਹਾਂ ਕਿ, ਤਾਂ ਉਹਨੇ ਆਪਣੇ ਇੱਕ ਆਲੇ ਦੁਆਲੇ ਗੁੱਡਨੈਸ ਤੇ ਕਾਈਂਡਲੀਨੈਸ ਦਾ ਇੱਕ ਐਟਮੋਸਫੀਅਰ ਕ੍ਰੀਏਟ ਕੀਤਾ ਹੋਇਆ ਸੀ ਕਿ ਉਹਦੇ ਨਾਲ ਸਫ਼ਰ ਕਰਕੇ ਇੱਦਾਂ ਲੱਗਦਾ ਸੀ ਕਿ ਅਸੀਂ ਨੈਚੁਰਲ ਕਰਟਸੀ ਤੇ ਗੁੱਡ ਮੈਨਰਸ ਦੇ ਵਿੱਚ ਇੱਕ ਸਬਕ ਲੈ ਲਿਆ ਹੋਵੇ। What struck me particularly was the care which he got through his work. ਔਰ ਜਿਹੜੀ ਚੀਜ਼ ਮੈਨੂੰ ਜ਼ਿਆਦਾ ਉਹਦੇ ਬਾਰੇ 'ਚ ਆਕਰਸ਼ਿਤ ਕਰਦੀ ਸੀ ਉਹ ਸੀਗਾ ਕਿ ਉਹ ਆਪਣਾ ਕੰਮ ਕਿੰਨਾ ਵਧੀਆ ਕਰਦਾ ਸੀ। ਹਾਊ ਵਿਚ ਹੀ ਗॉट ਥਰੂ ਹਿਜ਼ ਵਰਕ। ਕੰਮ ਭਾਵੇਂ ਉਹਦਾ ਅਕਾਊ ਸੀਗਾ ਪਰ ਇਸ ਕੰਮ ਨੂੰ ਵੀ ਉਹਨੇ ਇੰਟਰਸਟਿੰਗ ਬਣਾ ਲਿਆ ਸੀ। ਇਫ ਬੈਡ ਮੈਨਰਸ ਆਰ ਇਨਫੈਕਸ਼ੀਅਸ ਸੋ ਆਰ ਦ ਗੁੱਡ ਮੈਨਰਸ। ਜੇ ਬੈਡ ਮੈਨਰ ਇਨਫੈਕਸ਼ਨ ਦੀ ਤਰ੍ਹਾਂ ਫੈਲਦੇ ਨੇ, ਗੁੱਡ ਮੈਨਰਸ ਵੀ ਤਾਂ ਫੈਲਦੇ ਨੇ। ਇਫ ਵੀ ਇਨਕਾਊਂਟਰ ਇਨਸਿਵਿਲਿਟੀ, ਜੇ ਅਸੀਂ ਅਸਭਿਅਤਾ ਦਾ ਸਾਹਮਣਾ ਕਰਾਂਗੇ, ਮੋਸਟ ਆਫ ਅਸ ਆਰ ਐਪ ਟੂ ਬਿਕਮ ਅਨਸਿਵਲ, ਅਸੀਂ ਵੀ ਅਨਸਿਵਲ ਬਣ ਜਾਵਾਂਗੇ। ਸਿੰਪਲ ਜੀ ਗੱਲ ਹੈ ਬੇਟੇ, ਜੇ ਕੋਈ ਬੰਦਾ ਸਾਡੇ ਨਾਲ ਬੁਰਾ ਬਿਹੇਵ ਕਰਦਾ ਅਸੀਂ ਵੀ ਉਹਦੇ ਨਾਲ ਬੁਰਾ ਬਿਹੇਵ ਕਰਦੇ ਹਾਂ, ਕੋਈ ਚੰਗਾ ਕਰਦਾ ਅਸੀਂ ਉਹਦੇ ਨਾਲ ਚੰਗਾ ਬਿਹੇਵ ਕਰਦੇ ਹਾਂ। ਬਟ ਇਟ ਇਜ਼ ਐਨ ਯੂਜ਼ਲੀ ਅਨਕਾਊਟ ਪਰਸਨ ਹੂ ਕੈਨ ਬੀ ਡਿਸਐਗਰੀਬਲ ਵਿਦ ਅ ਸਨੀ ਪੀਪਲ, ਕਿਉਂਕਿ ਅਜਿਹਾ ਤਾਂ ਬਿਲਕੁਲ ਹੀ ਕੋਈ ਅਨਕਾਊਟ ਪਰਸਨ ਬੇਟੇ ਆਪਾਂ ਕਹਾਂਗੇ ਕਿ ਈਵਲ ਮੈਨ, ਕੋਈ ਈਵਲ ਪਰਸਨ ਹੀ ਹੋਏਗਾ ਜਿਹੜਾ ਕਿਸੇ ਸਨੀ ਪੀਪਲ ਬੇਟੇ ਖੁਸ਼ ਮਿਜਾਜ, ਜਿਹੜਾ ਖੁਸ਼ ਮਿਜਾਜ ਬੰਦੇ ਦੇ ਨਾਲ ਭੈੜਾ ਬਿਹੇਵ ਕਰੇਗਾ। ਮਤਲਬ ਕਿ ਕੋਈ ਖੁਸ਼ ਮਿਜਾਜ ਹੈ, ਤੁਹਾਨੂੰ ਹੱਸ ਕੇ ਮਿਲ ਰਿਹਾ, ਤੁਸੀਂ ਉਹਨੂੰ ਹੱਸ ਕੇ ਮਿਲੋਗੇ। ਇਟ ਇਜ਼ ਵਿਦ ਮੈਨਰਸ ਐਜ਼ ਵਿਦ ਦ ਵੈਦਰ। ਮੈਨਰਸ ਵੀ ਉਦਾਂ ਹੀ ਨੇਗੇ ਜਿੱਦਾਂ ਮੌਸਮ ਹੁੰਦਾ ਹੈ। Nothing clears up my spirit like a fine day, said Keats, and a cheerful person descends on even the gloomiest of us with something of the benediction of a fine day. ਜਿੱਦਾਂ ਕੀਟਸ ਨੇ ਇੱਕ ਪੋਇਮ ਦੇ ਵਿੱਚ ਕਿਹਾ ਹੈਗਾ, ਕਹਿੰਦਾ ਜਿਵੇਂ ਇੱਕ ਫਾਈਨ ਡੇ, ਇੱਕ ਬਿਨਾਂ ਬੱਦਲਾਂ ਤੋਂ ਇੱਕ ਖੂਬਸੂਰਤ ਚਮਕਦਾ ਹੋਇਆ ਦਿਨ, ਕਹਿੰਦਾ ਮੇਰੀ ਆਤਮਾ ਨੂੰ ਵੀ ਰੁਸ਼ਨਾ ਦਿੰਦਾ ਹੈਗਾ। ਰਾਈਟ, ਇੱਕ ਗਲੋਮੀ ਡੇ ਹੈਗਾ ਬੇਟੇ, ਉਹਦੇ ਨਾਲ ਜਿਹੜਾ ਹੈ ਕਹਿੰਦਾ ਇੱਕ ਇੱਦਾਂ ਦਾ ਮੂਡ ਗਲੋਮੀ ਹੋ ਜਾਂਦਾ ਹੈਗਾ। ਠੀਕ ਹੈ, ਇੱਕ ਪੋਇਟ ਕਹਿ ਰਿਹਾ ਹੈਗਾ ਉੱਦਾਂ ਇੱਕ ਚੀਅਰਫੁਲ ਪਰਸਨ ਜਿਹੜਾ ਹੈ ਉਹ ਇੱਕ ਫਾਈਨ ਡੇ ਸਾਡੇ ਲਈ ਬਣਾ ਸਕਦਾ ਹੈਗਾ। ਯਾਨੀ ਕਿ ਜੇ ਅਸੀਂ ਸੁਬਾਹ ਉੱਠਣ ਸਾਰ ਕਿਸੇ ਖੁਸ਼ ਮਿਜਾਜ ਬੰਦੇ ਨੂੰ ਮਿਲੀਏ ਤਾਂ ਇਹ ਕਿਹਾ ਜਾਂਦਾ ਹੈਗਾ ਕਿ ਸਾਰਾ ਦਿਨ ਖੁਸ਼ੀ ਭਰਿਆ ਨਿਕਲਦਾ ਹੈ। And so it was always fine weather on the polite conductor's bus. ਇਸ polite conductor ਦੀ ਬੱਸ ਦੇ ਉੱਪਰ ਹਮੇਸ਼ਾ ਹੀ weather ਜਿਹੜਾ ਹੈ, climate ਹੈ ਜਿਹੜਾ fine ਰਹੇਗਾ। His own activity, his conciliatory address, good humored bearing infected his passengers. ਉਹਦੀਆਂ ਐਕਟੀਵਿਟੀਜ਼ ਤੇ ਜਿਸ ਹਿਸਾਬ ਨਾਲ conciliatory address, ਜਿੱਦਾਂ ਉਹ ਪਿਆਰ ਨਾਲ ਸੰਬੋਧਿਤ ਕਰਦਾ ਸੀ ਸਾਰਿਆਂ ਨੂੰ, ਤੇ good humored, ਕਿੰਨੇ ਖੁਸ਼ੀ ਭਰੀਆਂ ਉਹ ਗੱਲਾਂ ਕਰਦਾ ਸੀ, ਤਾਂ ਉਹਦੇ ਪੈਸੇਂਜਰ ਵੀ ਉਦਾਂ ਦੇ ਬਿਹੇਵ ਕਰਦੇ ਸੀ। ਇਨ ਲਾਈਟਨਿੰਗ देयर ਸਪਿਰਿਟਸ ਹੀ ਲਾਈਟਨਡ ਹਿਜ਼ ਓਨ ਟਾਸਕ। ਐਕਚੁਅਲੀ ਦੂਜਿਆਂ ਨੂੰ ਖੁਸ਼ ਕਰਕੇ ਉਹ ਆਪਣੇ ਕੰਮ ਨੂੰ ਹੀ ਸੁਖਾਲਾ ਬਣਾਉਂਦਾ ਸੀ। ਹਿਜ਼ ਗਾਇਟੀ ਵਾਜ਼ ਨਾਟ ਅ ਵੇਸਟਫੁਲ ਲਗਜ਼ਰੀ। ਉਹਦੀ ਜਿਹੜੀ ਇਹ ਪਰਸਨੈਲਿਟੀ ਸੀਗੀ ਇਹ ਵੇਸਟਫੁਲ ਲਗਜ਼ਰੀ ਨਹੀਂ ਸੀ, ਇਟ ਵਾਜ਼ ਅ ਸਾਊਂਡ ਇਨਵੈਸਟਮੈਂਟ। ਇਹ ਤਾਂ ਇੱਕ ਇਨਵੈਸਟਮੈਂਟ ਸੀ। ਮਤਲਬ ਕੀ ਹੈ, ਕਿਸੇ ਦੇ ਨਾਲ ਖੁਸ਼ੀਆਂ ਬੀਜੋ ਤੇ ਖੁਸ਼ੀਆਂ ਹੀ ਅਸੀਂ ਵੱਢਦੇ ਹਾਂ। ਜੇ ਅਸੀਂ ਦੁੱਖ ਬੀਜਾਂਗੇ, ਦੂਜਿਆਂ ਦੇ ਲਈ ਦੁੱਖ ਖੜੇ ਕਰਾਂਗੇ, ਸਾਨੂੰ ਵੀ ਦੁੱਖ ਮਿਲਣਗੇ। ਜੇ ਖੁਸ਼ੀਆਂ ਇਨਵੈਸਟ ਕਰ ਦੇਵਾਂਗੇ ਤਾਂ ਖੁਸ਼ੀਆਂ ਹੀ ਮਿਲਦੀਆਂ ਨੇ। I have missed him from my bus route of late.
ਉਸ ਤੋਂ ਬਾਅਦ ਕਾਫੀ ਦੇਰ ਤੋਂ ਮੈਂ ਉਹਨੂੰ ਆਪਣੇ ਰੂਟ ਦੇ ਉੱਪਰ ਮਿਸ ਕਰਦਾ, ਬਟ ਆਈ ਹੋਪ ਦੈਟ ਓਨਲੀ ਮੀਨਸ ਦੈਟ ਹੀ ਹੈਜ਼ ਕੈਰੀਡ ਹਿਜ਼ ਸਨਸ਼ਾਈਨ ਔਨ ਟੂ ਅਨਦਰ ਰੋਡ। ਪਰ ਮੈਨੂੰ ਉਮੀਦ ਹੈ ਕਿ ਉਹਦੀ ਇੱਥੋਂ ਬਦਲੀ ਹੋ ਗਈ ਹੈ, ਉਹਦੀ ਹੁਣ ਕਿਸੇ ਹੋਰ ਬੱਸ ਦੇ ਉੱਪਰ ਡਿਊਟੀ ਲੱਗ ਗਈ ਹੈ, ਜਿੱਥੇ ਡਿਊਟੀ ਲੱਗ ਗਈ ਹੈ ਹੁਣ ਆਪਣੀ ਮੁਸਕਰਾਹਟ ਤੇ ਆਪਣੀ ਰੋਸ਼ਨੀ ਉਹ ਉੱਥੇ ਬਿਖੇਰ ਰਹੀ ਹੈ। It cannot be too widely diffused in a rather drab world, and I make no apologies for writing a panegyric on an unknown bus conductor. If Wordsworth could gather lesson of wisdom from the poor leech gatherer on a lonely moor, I see no reason why lesser people should not take lesson in conduct from one who shows how a very modest calling may be dignified by good temper and kindly feeling. ਜੇ ਕਹਿੰਦਾ ਮੈਂ ਕਹਿੰਦਾ ਇਸ ਲਈ ਕੋਈ ਅਪੋਲੋਜੀ ਨਹੀਂ ਕਰਾਂਗਾ ਕਿ ਮੈਂ ਇੱਕ ਪੂਰਾ ਅਕਾਊਂਟ ਲਿਖ ਦਿੱਤਾ ਇੱਕ ਅਨਨੋਨ ਬੱਸ ਕੰਡਕਟਰ ਦੇ ਉੱਪਰ, ਫਿਰ ਕੀ ਹੋ ਗਿਆ, ਮੈਂ ਇਹਦੇ ਲਈ ਮਾਫੀ ਨਹੀਂ ਮੰਗਾਂਗਾ, ਠੀਕ ਹੈ। ਜੇ ਉਹ ਕੰਡਕਟਰ ਇਹਨੂੰ ਪੜ੍ਹ ਵੀ ਲਵੇ ਤਾਂ ਵੀ ਕੀ ਹੋ ਜਾਏਗਾ। ਜੇ ਕਹਿੰਦਾ ਵਰਡਸਵਰਥ ਹੈਗਾ ਇੱਕ ਪੂਅਰ ਲੀਚ ਗੈਦਰਰ ਤੋਂ ਸਿਆਣਪ ਦਾ ਪਾਠ ਪੜ੍ਹ ਸਕਦਾ ਹੈਗਾ, ਠੀਕ ਹੈ, ਫਿਰ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਸਾਰਿਆਂ ਨੂੰ ਚੰਗਾ ਲੈਸਨ ਚਾਹੇ ਉਹ ਕਿਤੋਂ ਵੀ ਮਿਲਦਾ ਹੋਵੇ, ਚਾਹੇ ਕੋਈ ਬੰਦਾ ਪੂਅਰ ਹੈ, ਚਾਹੇ ਕੋਈ ਕੰਡਕਟਰ ਹੈ, ਚਾਹੇ ਕੋਈ ਲੇਬਰਰ ਹੈ, ਜੇ ਸਾਨੂੰ ਗੁੱਡ ਕੰਡਕਟ ਦਾ ਲੈਸਨ ਕਿਤੋਂ ਵੀ ਮਿਲਦਾ ਸਾਨੂੰ ਉਹ ਲੈ ਲੈਣਾ ਚਾਹੀਦਾ ਹੈ। It is a matter of general agreement that the war has had a chilling effect upon those little everyday civilities of behavior that sweeten the general air. एक जनरल एग्रीमेंट है कि वॉर जिहड़ी है ਉਹਦਾ ਇੱਕ ਚਿਲਿੰਗ ਇਫੈਕਟ ਹੁੰਦਾ ਹੈਗਾ, ਵॉर ਦਾ ਚਿਲਿੰਗ ਇਫੈਕਟ ਹੁੰਦਾ, ਵॉर ਜਿਹੜੀ ਹੈਗੀ ਉਹ ਸਾਨੂੰ ਅੰਦਰ ਤੱਕ ਕਠੋਰ ਬਣਾ ਦਿੰਦੀ ਹੈ, ਠੀਕ ਹੈ। ਤੇ ਜਿਹੜੀਆਂ ਸਾਡੀਆਂ ਲਿਟਲ ਐਵਰੀਡੇ ਸਿਵਿਲਿਟੀਜ਼ ਹੈਗੀਆਂ ਨੇਗੀਆਂ ਬਿਹੇਵੀਅਰ ਦੀਆਂ ਉਹਨਾਂ ਨੂੰ ਜਖ ਕਰ ਦਿੰਦੀ ਹੈਗੀ, ਉਹਨਾਂ ਨੂੰ ਫਰੀਜ਼ ਕਰ ਦਿੰਦੀ ਹੈ। ਇਹੀ ਐਵਰੀਡੇ ਸਿਵਿਲਿਟੀਜ਼ ਆਫ ਬਿਹੇਵੀਅਰ ਨੇਗੀਆਂ ਜਿਹੜੀ ਸਾਡੀ ਆਬੋ ਹਵਾ ਹੈ ਉਹਨੂੰ ਉਹਦੇ ਵਿੱਚ ਮਿਠਾਸ ਭਰ ਕੇ ਰੱਖਦੀਆਂ ਨੇ। We must get those civilities back. ਸਾਨੂੰ ਇਹ everyday civilities ਵਾਪਸ ਲਿਆਉਣੀਆਂ ਪੈਣਗੀਆਂ if we are to make life kindly and tolerable for each other. ਜੇ ਅਸੀਂ ਜ਼ਿੰਦਗੀ ਨੂੰ ਇੱਕ ਦੂਜੇ ਦੇ ਲਈ ਕਾਈਂਡ ਬਣਾਉਣਾ ਤੇ ਟੋਲਰੇਬਲ ਬਣਾਉਣਾ। ਦੇਖੋ ਬੇਟੇ ਇੱਕ ਪ੍ਰਿੰਸੀਪਲ ਹੁੰਦਾ ਹੈ ਲਿਵ ਐਂਡ ਲੈਟ ਲਿਵ, ਜੀਓ ਤੇ ਜਿਉਣ ਦਿਓ। ਮਤਲਬ ਕੀ ਹੈਗਾ, ਖੁਦ ਖੁਸ਼ ਰਹੋ, ਦੂਜਿਆਂ ਨੂੰ ਖੁਸ਼ ਰੱਖੋ। We cannot get them back by invoking the law. ਹਰ ਇੱਕ ਗੱਲ ਦੇ ਵਿੱਚ ਅਸੀਂ ਕਾਨੂੰਨ ਨੂੰ ਆਵਾਜ਼ਾਂ ਮਾਰੀਏ, ਇਹਦੇ ਨਾਲ ਨਹੀਂ ਹੋ ਸਕਦਾ। ਪੁਲਿਸਮੈਨ ਇਜ਼ ਅ ਨੈਸੈਸਰੀ ਸਿੰਬਲ ਐਂਡ ਦ ਲਾਅ ਇਜ਼ ਅ ਨੈਸੈਸਰੀ ਇੰਸਟੀਟਿਊਸ਼ਨ ਫॉर ਅ ਸੋਸਾਇਟੀ, ਠੀਕ ਹੈ। ਪੁਲਿਸਮੈਨ ਇੱਕ ਨੈਸੈਸਰੀ ਸਿੰਬਲ ਹੈ ਤੇ ਕਾਨੂੰਨ ਜਿਹੜਾ ਹੈਗਾ ਇੱਕ ਨੈਸੈਸਰੀ ਇੰਸਟੀਟਿਊਸ਼ਨ ਹੈਗਾ ਕਿਸੇ ਵੀ ਸਮਾਜ ਦੇ ਲਈ। that is still somewhat lower than the angels, but the law can only protect us against material attack. ਪਰ ਕਾਨੂੰਨ ਸਾਨੂੰ ਮਟੀਰੀਅਲ ਅਟੈਕ ਜੋ ਹੈ ਉਹਦੇ ਅਗੇਂਸਟ ਪ੍ਰੋਟੈਕਟ ਕਰਦਾ ਹੈ। ਸਾਡੀ ਕਿਸੇ ਨੇ ਪ੍ਰੋਪਰਟੀ ਖੋ ਲਈ, ਸਾਡੇ ਪੈਸੇ ਖੋ ਲਏ, ਸਾਡਾ ਗੋਲਡ ਖੋ ਕੇ ਲੈ ਗਿਆ, ਸਾਡੇ ਉੱਪਰ ਫਿਜ਼ੀਕਲੀ ਅਟੈਕ ਕਰਤਾ, ਉੱਥੇ ਕਾਨੂੰਨ ਜਿਹੜਾ ਹੈਗਾ ਨਾ ਉਹ ਸਾਡੀ ਮਦਦ ਕਰੇਗਾ। nor will the liftman's way of meeting moral affront by physical violence help us to restore the civilities. ਤੇ ਲਿਫਟਮੈਨ ਦਾ ਬਿਹੇਵੀਅਰ ਜਿਹੜਾ ਸੀਗਾ, ਠੀਕ ਹੈ, ਕਿ ਉਹਨੂੰ ਪਲੀਜ਼ ਨਹੀਂ ਕਿਹਾ ਤੇ ਉਹਨੇ ਫਿਜ਼ੀਕਲੀ ਵਾਇਲੈਂਟ ਹੋ ਕੇ ਧੱਕਾ ਦੇਤਾ ਪੈਸੇਂਜਰ ਨੂੰ, ਇਹਦੇ ਨਾਲ ਵੀ ਨਹੀਂ ਕਹਿੰਦਾ ਨੋ ਇਟ ਵਿਲ ਨਾਟ ਹੈਲਪ ਟੂ ਰੀਸਟੋਰ ਦ ਸਿਵਿਲਿਟੀਜ਼ ਇਹਦੇ ਨਾਲ ਵੀ ਵਾਪਸ ਨਹੀਂ ਆਉਣਗੀਆਂ। ਇਹਦਾ ਮਤਲਬ ਇਹ ਨਹੀਂ ਹੈਗਾ ਕਿ ਅੱਗੇ ਤੋਂ ਜਿਹੜਾ ਵੀ ਕੋਈ ਉਸ ਲਿਫਟ ਦੇ ਵਿੱਚ ਚੜੇਗਾ ਹਰੇਕ ਪਲੀਜ਼ 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 ਕਰਦਾ ਹੀ ਚੜੇਗਾ, ਨੋ ਐਦਾਂ ਨਹੀਂ ਹੋਏਗਾ। ਆਈ ਸੁਜੈਸਟ ਟੂ ਹਿਮ, ਲਿਫਟਮੈਨ ਨੂੰ ਕਹਿੰਦਾ ਮੈਂ ਸੁਜੈਸਟ ਕਰਨਾ ਚਾਹੁੰਦਾ ਹਾਂ that he would have had a more subtle and effective revenge. ਧੱਕਾ ਮਾਰ ਕੇ ਤਾਂ ਉਹਨੇ ਚਲੋ ਬਦਲਾ ਲੈ ਲਿਆ, ਪਰ ਉਹ ਇਸ ਤੋਂ ਵੀ ਖੂਬਸੂਰਤ ਬਦਲਾ ਲੈ ਸਕਦਾ ਸੀ, ਇਸ ਤੋਂ ਵੀ ਵਧੀਆ ਰਿਵੈਂਜ ਹੋ ਸਕਦਾ ਸੀ। If he had treated the gentleman who would not say please with elaborate politeness, ਜਿਹੜੇ ਆਦਮੀ ਨੇ ਪਲੀਜ਼ ਨਹੀਂ ਕਿਹਾ ਨਾ, ਜੇ ਉਹਨੂੰ ਹੋਰ ਵੀ ਪੋਲਾਈਟਲੀ, ਹੋਰ ਵੀ ਜ਼ਿਆਦਾ ਪੋਲਾਈਟਲੀ ਬਿਹੇਵੀਅਰ ਕਰਦਾ, ਸ਼ਾਇਦ ਉਹ ਆਪਣਾ ਵਧੀਆ ਬਦਲਾ ਲੈ ਸਕਦਾ ਸੀ। ਮਤਲਬ ਕੀ ਹੈ ਬੇਟੇ, ਜੇ ਕੋਈ ਬੰਦਾ ਸਾਡੇ ਲਈ ਸਹੀ ਬਿਹੇਵ ਸਾਡੇ ਨਾਲ ਨਹੀਂ ਕਰ ਰਿਹਾ, ਇੱਕ ਤਾਂ ਹੈ ਕਿ ਉਹਦੇ ਨਾਲ ਧੱਕਾ ਕਰੋ ਖੁਦ, ਉਹਦੇ ਨਾਲ ਉਹ ਬੰਦਾ ਸਹੀ ਰਸਤੇ ਤੇ ਨਹੀਂ ਆਏਗਾ। ਸਹੀ ਰਸਤੇ ਤੇ ਲਿਆਉਣ ਦੇ ਲਈ ਕੀ ਹੈਗਾ ਬੇਟੇ, ਠੀਕ ਹੈ, ਉਹਦੇ ਲਈ ਕੀ ਹੈ ਕਿ ਤੁਸੀਂ ਉਹਦੇ ਨਾਲ ਪੋਲਾਈਟ ਹੋ ਜਾਓ। ਅਗਲਾ ਇੱਕ ਵਾਰੀ ਸਹੀ ਬਿਹੇਵ ਨਹੀਂ ਕਰੋਗਾ, ਤੁਸੀਂ ਪੋਲਾਈਟ ਰਹੋ, ਦੂਜੀ ਵਾਰੀ ਸਹੀ ਬਿਹੇਵ ਨਹੀਂ ਕਰੂਗਾ, ਤੁਸੀਂ ਫਿਰ ਵੀ ਪੋਲਾਈਟ ਰਹੋ, ਤੀਜੀ ਵਾਰੀ ਉਸ ਬੰਦੇ ਨੂੰ ਖੁਦ ਸ਼ਰਮ ਆਏਗੀ ਔਰ ਤੁਹਾਡੇ ਨਾਲ ਪੋਲਾਈਟਲੀ ਬਿਹੇਵੀਅਰ ਕਰਨਾ ਸ਼ੁਰੂ ਕਰ ਦੇਗਾ, ਰਾਈਟ। ਤਾਂ ਸਿੰਪਲ ਜੀ ਚੀਜ਼ ਹੈ ਬੇਟੇ, ਕਿਸੇ ਦੀ ਕੁੜੱਤਣ ਨੂੰ ਮਾਰਨ ਦੇ ਲਈ ਮਿੱਠੇ ਹੋ ਜਾਓ, ਠੀਕ ਹੈ, ਕਿਉਂਕਿ ਕੁੜੱਤਣ ਨੂੰ ਕੁੜੱਤਣ ਨਾਲ ਨਹੀਂ ਮਾਰਿਆ ਜਾ ਸਕਦਾ। He would have had the victory not only over the boor but over himself. ਜੇ ਉਹ ਲਿਫਟਮੈਨ ਹੋਰ ਪੋਲਾਈਟਲੀ ਬਿਹੇਵ ਕਰਦਾ, ਠੀਕ ਹੈ ਨਾ, ਉਹਨੂੰ ਜਿੱਤ ਪ੍ਰਾਪਤ ਹੋਣੀ ਸੀ। ਉਸ ਬੂਰ ਬੇਟੇ
ਉਹ ਆਪਾਂ ਬੂਰ ਕਹਾਂਗੇ ਉਹ ਜ਼ਾਲਮ ਆਦਮੀ ਜਿਹੜਾ ਬਿਨਾਂ ਪਲੀਜ਼ ਕਹੇ ਲਿਫਟ ਦੇ ਵਿੱਚ ਚੜ ਰਿਹਾ ਸੀਗਾ। ਸਿਰਫ ਵਿਕਟਰੀ ਉਹਦੇ ਉੱਪਰ ਨਹੀਂ ਸੀ ਹੋਣੀ ਬੇਟੇ, ਆਪਣੇ ਆਪ ਤੇ ਵੀ ਜਿੱਤ ਪ੍ਰਾਪਤ ਕਰਨੀ ਸੀ। ਐਂਡ ਦੈਟ ਇਜ਼ ਦ ਵਿਕਟਰੀ ਦੈਟ ਕਾਊਂਟਸ। ਤੇ ਇਹੀ ਅਸਲ ਦੇ ਵਿੱਚ ਜਿੱਤ ਹੁੰਦੀ ਹੈ। ਜਿੱਤ ਇਹਦੇ ਵਿੱਚ ਨਹੀਂ ਹੈਗਾ ਕਿ ਤੁਹਾਡੇ ਕਿਸੇ ਨੇ ਥੱਪੜ ਮਾਰਿਆ ਤੁਸੀਂ ਬਰਾਬਰ 2 ਥੱਪੜ ਮਾਰੋ, ਇਹਦੇ ਵਿੱਚ ਜਿੱਤ ਨਹੀਂ ਹੈਗੀ। ਠੀਕ ਹੈ। ਪੋਲਾਈਟ ਮੈਨ ਮੇ ਲੂਜ਼ ਦ ਮਟੀਰੀਅਲ ਐਡਵਾਂਟੇਜ ਬਟ ਹੀ ਆਲਵੇਜ਼ ਹੈਡ ਦ ਸਪਿਰਿਚੁਅਲ ਵਿਕਟਰੀ। ਜਿਹੜਾ ਆਦਮੀ ਪੋਲਾਈਟ ਹੁੰਦਾ ਨਾ, ਠੀਕ ਹੈ, ਮਟੀਰੀਅਲੀ ਉਹਨੂੰ ਕੋਈ ਲਾਭ ਨਹੀਂ ਹੋਵੇਗਾ, ਪਰ ਸਪਿਰਿਚੁਅਲੀ ਉਹ ਜੇਤੂ ਰਹਿੰਦਾ, ਆਤਮਕ ਤੌਰ ਤੇ ਉਹ ਜਿੱਤ ਜਾਂਦਾ ਹੈ। I commend to the liftman a story of Chesterfield। ਹੁਣ ਮੈਂ ਉਸ ਲਿਫਟਮੈਨ ਨੂੰ ਚੈਸਟਰਫੀਲਡ ਦੀ ਇੱਕ ਕਹਾਣੀ ਸੁਣਾਉਣਾ। In his time, the London streets were without the pavements of today। ਚੈਸਟਰਫੀਲਡ ਦੇ ਟਾਈਮ, ਚੈਸਟਰਫੀਲਡ ਦਾ ਨੇਮ ਆਫ ਅ ਪਰਸਨ ਬੇਟਾ, ਉਹਦੇ ਸਮੇਂ ਨਾ ਲੰਡਨ ਦੀਆਂ ਜਿਹੜੀਆਂ ਗਲੀਆਂ ਸੀ ਉਹਦੇ ਵਿੱਚ ਪੇਵਮੈਂਟ ਨਹੀਂ ਸੀ ਬਣੀ ਹੋਈ। ਪੇਵਮੈਂਟ ਹੁੰਦੀ ਹੈ ਬੇਟੇ ਸਾਈਡਾਂ ਦੇ ਉੱਪਰ ਸਾਈਡ ਵਾਕ, ਜਿਹਨੂੰ ਆਪਾਂ ਸਾਈਡ ਵਾਕ ਕਹਿੰਦੇ ਆਂਗੇ। ਐਂਡ ਦ ਮੈਨ ਹੂ ਟੁੱਕ ਦ ਵਾਲ ਹੈਡ ਦ ਡਰਾਈਐਸਟ ਫੁੱਟ। ਤੇ ਗਲੀਆਂ ਦੇ ਵਿੱਚ ਚਿੱਕੜ ਰਹਿੰਦਾ ਸੀਗਾ। ਠੀਕ ਹੈ। ਔਰ ਜਦੋਂ ਬੇਟੇ ਆਪਾਂ ਨੂੰ ਵੀ ਪਤਾ, ਆਪਾਂ ਕਿਸੇ ਸੜਕ ਤੇ ਜਾ ਰਹੇ ਹੋਈਏ ਜਾਂ ਆਪਾਂ ਗਲੀ ਦੇ ਵਿੱਚ ਜਾ ਰਹੇ ਹਾਂ, ਚਿੱਕੜ ਹੁੰਦਾ ਹੈਗਾ, ਤਾਂ ਸਾਈਡਾਂ ਦੇ ਉੱਪਰ ਆਪਾਂ ਨਾਲ ਦੀ ਲੰਘਦੇ ਹਾਂ, ਆਪਾਂ ਕੰਧ ਦੇ ਨਾਲ ਦੀ ਲੰਘਦੇ ਹਾਂ, ਕਿਉਂਕਿ ਉੱਥੋਂ ਥੋੜੀ ਸੁੱਕੀ ਹੋਈ ਜ਼ਮੀਨ ਹੁੰਦੀ ਹੈ, ਵਿਚਾਲੇ ਤਾਂ ਗਾਰਾ ਹੁੰਦਾ ਹੈ, ਰਾਈਟ। ਤੇ ਜਿਹੜਾ ਆਦਮੀ ਕੰਧ ਦੇ ਨਾਲ ਤੁਰਦਾ ਹੈਗਾ, ਠੀਕ ਹੈ, ਉਹ ਪੈਰ ਸੁੱਕੇ ਰੱਖ ਸਕਦਾ ਸੀਗਾ। I never give the ball to a scoundrel, said the man who met Chesterfield one day in the street। ਇੱਕ ਦਿਨ ਕੀ ਹੋਇਆ, ਗਲੀ ਦੇ ਵਿੱਚ ਚੈਸਟਰਫੀਲਡ ਲੰਘ ਰਿਹਾ ਸੀਗਾ, ਇੱਕ ਆਦਮੀ ਸਾਹਮਣੇ ਆਇਆ, ਕਹਿੰਦਾ ਮੈਂ ਕਿਸੇ ਵੀ ਸਕਾਉਂਡਰਲ ਨੂੰ ਨਾ ਬਾਲ ਦੇ ਨਾਲ ਨਹੀਂ ਤੁਰਨ ਦਿੰਦਾ, ਮੈਂ ਕਿਸੇ ਬਦਮਾਸ਼ ਨੂੰ ਕੰਧ ਦੇ ਨਾਲ ਨਹੀਂ ਤੁਰਨ ਦਿੰਦਾ। ਮਤਲਬ ਕਿ ਉਹ ਅੱਗੋਂ ਧੱਕਾ ਕਰ ਰਿਹਾ ਹੈਗਾ, ਉਹ ਕਹਿ ਰਿਹਾ ਕਿ ਤੂੰ ਵਿਚਾਲੇ ਤੁਰ, ਮੈਂ ਤਾਂ ਕੰਧ ਦੇ ਨਾਲ ਤੁਰੂ, ਕਿਉਂਕਿ ਮੈਂ ਕਿਸੇ ਬਦਮਾਸ਼ ਨੂੰ ਕੰਧ ਦੇ ਨਾਲ ਨਹੀਂ ਤੁਰਨ ਦਿੰਦਾ। I always do, said Chesterfield। ਚੈਸਟਰਫੀਲਡ ਨੇ ਗੁੱਸਾ ਨਹੀਂ ਕੀਤਾ, ਕਹਿੰਦਾ ਮੈਂ ਹਮੇਸ਼ਾ ਜਗ੍ਹਾ ਦੇ ਦਿੰਦਾ। ਠੀਕ ਹੈ, ਮੈਂ ਹਮੇਸ਼ਾ ਇੱਕ ਸਕਾਉਂਡਰਲ ਨੂੰ ਜਗ੍ਹਾ ਦੇ ਦਿੰਦਾ। ਸਟੈਪਿੰਗ ਵਿਦ ਅ ਬੋ ਇਨਟੂ ਦ ਰੋਡ। ਤੇ ਚੈਸਟਰਫੀਲਡ ਉਹਦੇ ਸਾਹਮਣੇ ਝੁਕ ਕੇ ਸੜਕ ਦੇ ਵਿਚਾਲੇ ਹੋ ਗਿਆ। ਠੀਕ ਹੈ। ਸੋ ਦਿਸ ਵਾਸ ਦ ਸਪਿਰਿਚੁਅਲ ਵਿਕਟਰੀ। ਠੀਕ ਹੈ। I hope the liftman will agree that his revenge was much more sweet than if he had flung the fellow into the mud। ਤੇ ਮੈਨੂੰ ਉਮੀਦ ਹੈ ਲਿਫਟਮੈਨ ਇਸ ਗੱਲ ਦੇ ਨਾਲ ਐਗਰੀ ਕਰੂਗਾ ਕਿ ਚੈਸਟਰਫੀਲਡ ਦਾ ਜਿਹੜਾ ਇਹ ਬਦਲਾ ਸੀ ਨਾ, ਇਹ ਕਹਿਣਾ I always do। ਦੇਖੋ ਬੇਟੇ ਸਮਝੋ ਇਸ ਗੱਲ ਨੂੰ ਥੋੜਾ ਜਿਹਾ। ਇੱਕ ਆਦਮੀ ਕਹਿ ਰਿਹਾ, ਕਹਿੰਦਾ ਮੈਂ ਬਦਮਾਸ਼ਾਂ ਨੂੰ ਕਦੇ ਵੀ ਕੰਧ ਦੇ ਨਾਲ ਲੰਘਣ ਨਹੀਂ ਦਿੰਦਾ। ਚੈਸਟਰਫੀਲਡ ਕਹਿੰਦਾ ਮੈਂ ਹਮੇਸ਼ਾ ਲੰਘਣ ਦਿੰਦਾ, ਰਾਈਟ। ਤਾਂ ਇਹ ਸੀਗਾ ਬੇਟੇ ਮਜ਼ਾਕ ਦੇ ਵਿੱਚ ਲਿਆ ਹੋਇਆ ਬਦਲਾ। ਤਾਂ ਇਹ ਰੀਜ਼ਨ ਜਿਹੜਾ ਹੈਗਾ ਜ਼ਿਆਦਾ ਵਧੀਆ ਸੀਗਾ, ਬਜਾਏ ਇਸ ਦੇ ਕਿ ਚੈਸਟਰਫੀਲਡ ਉਹਨੂੰ ਫੜ ਕੇ ਗਾਰੇ ਦੇ ਵਿੱਚ ਸੁੱਟ ਦਿੰਦਾ। ਠੀਕ ਹੈ, ਉਹਨੂੰ ਸਕਾਉਂਡਰਲ ਕਿਹਾ ਸੀ ਬੇਟੇ, ਗੁੱਸਾ ਤਾਂ ਆਉਣਾ ਚਾਹੀਦਾ ਚੈਸਟਰਫੀਲਡ ਨੂੰ, ਪਰ ਉਹਨੇ ਬੇਟੇ ਜ਼ੁਬਾਨ ਦੇ ਨਾਲ ਹੀ ਬਦਲਾ ਲੈ ਲਿਆ, ਇਹ ਕਹਿ ਕੇ ਕਹਿੰਦਾ ਮੈਂ ਬਦਮਾਸ਼ਾਂ ਨੂੰ ਹਮੇਸ਼ਾ ਜਗ੍ਹਾ ਦੇ ਦਿੰਦਾ। So this was all about this beautiful chapter bete. Hope you have understood. Thank you so much.